ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਗੁਰ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਾਰੋਂ ਤਰਾ ਪਾਰੇ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ ਬੰਦੋਂ ਬਾਰ ਬਾਰ ਜਗਦੀਸ਼ਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਇ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਜਜਨ ਭਜਨ ਮਮ ਖਾਲਸਾ ਖਾਲਸਾ ਪੂਜ ਬਿਜੋ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟ ਸੋ ਆਤਮ ਰਸ ਜੋ ਜਾਨਹੀ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਤਾਸ ਮਹਿ ਰੰਚਕ ਨਾਹਿਨ ਪੇਵ ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੁ ਸੁਨੈ ਜੋ ਕਾਲ ਕਿਰਪਾ ਕਰਾਈ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ आप लिहो तुम कथा हम ना सकत कर सिफत तुम्हारी आप लिहो तुम कथा सदारी दोहरा ਕਹਿਓ ਬਹੁਤ ਸਤਿਗੁਰ ਪ੍ਰਭੂ ਜਨਨੀ ਆਦ ਜੇ ਸਿੱਖ ਨਹਿ ਮਨ ਲਿਆਵਤ ਸਾਚ ਕੋ ਹੋਏ ਜੋ ਬਾਤ ਭਵਿੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਬਹੁਤ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜੁੜ ਕੇ ਹਰੀ ਜਸ ਕਥਾ ਕੀਰਤਨ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਜੀ ਨੇ ਬੜੀ ਕਿਰਪਾ ਕਰਕੇ ਸਾਨੂੰ ਇਹ ਦਾਤ ਦਿੱਤੀ ਹੈ। ਸੰਧਿਆ ਸਮੇਂ ਸੁਨੇ ਰਹਿਰਾਸ ਕੀਰਤਨ ਕਥਾ ਸੁਨੇ ਹਰ ਜਾਸ ਇਨ ਮੈਂ ਨੇਮ ਜੋ ਏਕ ਕਰਾਏ ਸੋ ਸਿੱਖ ਅਮਰਾਪੁਰੀ ਕੋ ਜਾਏ। ਜਿਹੜਾ ਗੁਰਸਿੱਖ ਸ਼ਾਮ ਨੂੰ ਰਹਿਰਾਸ ਦਾ ਪਾਠ ਕੀਰਤਨ ਤੇ ਕਥਾ ਸੁਣੇਗਾ ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਹੈ ਕਿ ਉਹ ਸੱਚਖੰਡ ਦਾ ਵਾਸੀ ਬਣੇਗਾ। ਸੋ ਪਿਆਰੀ ਸਾਧ ਸੰਗਤ ਜੀ ਆਪ ਜੀ ਨੇ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ। ਹੁਣ ਕੁਝ ਦਿਨਾਂ ਲਈ ਇਹ ਲੜੀ ਇਤਿਹਾਸ ਦੀ ਆਰੰਭ ਕੀਤੀ ਜਾ ਰਹੀ ਹੈ। ਭਾਵੇਂ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਸਾਰੀ ਕਥਾ ਲਗਭਗ 5 ਜਾਂ 6 ਸਾਲ ਲਗਾਤਾਰ 1 ਘੰਟਾ ਰੋਜ਼ ਹੋਵੇ ਤਾਂ ਭੋਗ ਪੈਂਦਾ ਹੈ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਜੀ ਦੇ
ਸੱਚਖੰਡ ਸ੍ਰੀ ਹਜ਼ੂਰ ਸਾਹਿਬ ਪੁੱਜਣ ਤੱਕ ਤੇ ਜੋਤੀ ਜੋਤ ਸਮਾਣ ਤੱਕ ਇਹ ਕਥਾ ਜੇ ਪੂਰੀ ਕਰੀਏ 1 ਘੰਟਾ ਰੋਜ਼ ਹੋਵੇ ਤਾਂ ਵੀ 5-6 ਸਾਲ ਘੱਟੋ ਘੱਟ ਲੱਗ ਜਾਂਦੇ ਹਨ। ਔਰ ਇਸ ਕਥਾ ਦੀ ਮਹਾਨਤਾ ਬਹੁਤ ਵੱਡੀ ਹੈ। ਜਿਹੜਾ ਪੂਰੀ ਕਥਾ ਸ਼ਰਧਾ ਨਾਲ ਸੁਣ ਲਵੇ, ਭਾਈ ਸੰਤੋਖ ਸਿੰਘ ਜੀ ਉੱਤੇ ਜੋ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਉਹਨਾਂ ਨੇ ਇੱਕ ਬ੍ਰਹਮ ਗਿਆਨੀ ਹੋਣ ਦੇ ਨਾਤੇ ਗੁਰੂ ਸਾਹਿਬ ਦੀ ਕਥਾ ਬ੍ਰਹਮ ਰੂਪ ਵਿੱਚ ਹੀ ਚਿਤਰਨ ਕੀਤੀ ਹੈ। ਉਹ ਕਥਾ ਜੇ ਕੋਈ ਸੁਣ ਲਵੇ ਉਸ ਨੂੰ ਵੀ ਬ੍ਰਹਮ ਗਿਆਨ ਹੋ ਜਾਂਦਾ ਹੈ, ਕਿਉਂਕਿ ਪਰਮੇਸ਼ਰ ਦੇ ਸਰਗੁਣ ਨਿਰਗੁਣ ਸਰੂਪ ਦੀ ਕਥਾ ਇਹ ਸਾਰੀ ਲਿਖੀ ਹੋਈ ਹੈ। ਸੋ ਸਾਧ ਸੰਗਤ ਜੀ, ਆਪਣੇ ਕੋਲ ਇਤਨਾ ਸਮਾਂ ਨਹੀਂ ਕਿ ਆਪਾਂ ਸਾਰੀ ਕਥਾ ਸੁਣ ਸਕੀਏ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਆਨੰਦਪੁਰ ਸਾਹਿਬ ਦੇ ਕਿਲ੍ਹਾ ਛੱਡਣ ਦਾ ਦਿਨ ਨੇੜੇ ਆ ਰਿਹਾ ਹੈ। ਅੱਜ ਜਿਹੜੀ 21 ਤਰੀਕ ਆਉਣੀ ਹੈ ਦਸੰਬਰ ਦੀ, 21 ਦਸੰਬਰ ਦੀ ਰਾਤ ਨੂੰ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ। 22 ਦਸੰਬਰ ਨੂੰ ਚਮਕੌਰ ਸਾਹਿਬ ਬੜਾ ਭਿਅੰਕਰ ਯੁੱਧ ਹੋਇਆ। ਯਾਨੀ ਜਿਹੜੀ 6 ਔਰ 7 ਪੋਹ ਦੀ ਰਾਤ ਸੀ, 6-7 ਪੋਹ ਦੀ ਰਾਤ ਨੂੰ ਕਿਲ੍ਹਾ ਛੱਡਿਆ ਤੇ 8 ਪੋਹ ਦੀ ਰਾਤ, 8 ਪੋਹ ਦਾ ਦਿਨ ਮਹਾਰਾਜ ਨੂੰ ਜੰਗ ਕਰਨਾ ਪਿਆ। ਉਸ ਤੋਂ ਬਾਅਦ 13 ਪੋਹ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ। ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਜੀ ਨੇ ਆਪਣੇ ਜੀਵਨ ਵਿੱਚ ਛੋਟੀਆਂ ਵੱਡੀਆਂ ਬੜੀਆਂ ਮਹਾਨ 14 ਜੰਗਾਂ ਲੜੀਆਂ ਹਨ। ਭੰਗਾਣੀ ਦੇ ਜੰਗ ਤੋਂ ਲੈ ਕੇ ਮੁਕਤਸਰ ਦੇ ਜੰਗ ਤੱਕ ਬੜੇ ਘਮਸਾਨ ਦੇ ਯੁੱਧ ਹੁੰਦੇ ਰਹੇ ਨੇ। ਉਸ ਤੋਂ ਬਾਅਦ ਵੀ ਕਿਤੇ ਕਿਤੇ ਝੜਪਾਂ ਹੋਈਆਂ ਨੇ, ਯੁੱਧ ਹੋਏ ਨੇ। ਸੋ ਮਹਾਰਾਜ 10ਵੇਂ ਪਾਤਸ਼ਾਹ ਜੀ ਦਾ ਸਭ ਤੋਂ ਵੱਡਾ ਯੁੱਧ ਜਿਹੜਾ ਹੋਇਆ ਹੈ ਉਹ ਸਾਧ ਸੰਗਤ ਜੀ ਆਨੰਦਪੁਰ ਸਾਹਿਬ ਦਾ ਹੋਇਆ। ਜਦੋਂ ਲਗਭਗ 7-8 ਮਹੀਨੇ ਆਨੰਦਪੁਰ ਸਾਹਿਬ ਨੂੰ ਤੁਰਕਾਂ ਨੇ ਘੇਰਾ ਪਾਈ ਰੱਖਿਆ। ਇਸ ਤੋਂ ਪਹਿਲਾਂ 16 ਜਨਵਰੀ 1704 ਵਾਲੇ ਦਿਨ ਬੜਾ ਭਿਅੰਕਰ ਯੁੱਧ ਅਗੰਮਗੜ੍ਹ ਵਿਖੇ ਤੇ ਹੋਲਗੜ੍ਹ ਸਾਹਿਬ ਤੇ ਤਾਰਾਗੜ੍ਹ ਸਾਹਿਬ ਤੇ ਲੋਹਗੜ੍ਹ ਸਾਹਿਬ ਕਿਲਿਆਂ ਵਿੱਚ ਹੋਇਆ ਪਹਾੜੀ ਰਾਜਿਆਂ ਨਾਲ। ਜਦੋਂ ਭਾਈ ਬਚਿੱਤਰ ਸਿੰਘ ਨੇ 1,57,000 ਫੌਜ ਤੁਰਕਾਂ ਦੀ ਪਹਾੜੀਆਂ ਦੀ ਆਈ ਸੀ ਤੇ ਉਹਦੇ ਨਾਲ ਨਾਲ ਇੱਕ ਮਸਤ ਹਾਥੀ ਨੂੰ ਰਾਜਾ ਕੇਸਰੀ ਚੰਦ ਸ਼ਰਾਬ ਪਿਆ ਕੇ ਕਿਲ੍ਹਾ ਲੋਹਗੜ੍ਹ ਦਾ ਦਰਵਾਜ਼ਾ ਤੋੜਨ ਲਈ ਆਇਆ ਸੀ ਤੇ ਮਹਾਰਾਜ ਦੀਆਂ ਫੌਜਾਂ ਵਿੱਚੋਂ ਭਾਈ ਉਦੈ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ ਨਿਤਰੇ। ਹਾਥੀ ਦੇ ਮੱਥੇ 'ਚ ਬਰਛਾ ਭਾਈ ਬਚਿੱਤਰ ਸਿੰਘ ਜੀ ਨੇ ਮਾਰਿਆ ਤੇ ਕੇਸਰੀ ਚੰਦ ਦਾ ਸਿਰ ਵੱਢ ਕੇ ਭਾਈ ਉਦੈ ਸਿੰਘ ਜੀ ਜਰਨਲ ਲੈ ਕੇ ਆਏ। ਸੋ ਉਸ ਜੰਗ ਤੋਂ ਬਾਅਦ ਪਹਾੜੀਏ ਹਾਰ ਗਏ ਤੇ ਬਹੁਤ ਜ਼ਿਆਦਾ ਨਮੋਸ਼ੀ ਪਹਾੜੀ ਰਾਜਿਆਂ ਨੂੰ ਹੋਈ, ਕਿਉਂਕਿ ਆਪਣੇ ਵੱਲੋਂ ਉਹਨਾਂ ਨੇ ਬਹੁਤ ਵੱਡੀ ਫੌਜ ਲਿਆਂਦੀ ਸੀ। 1,56,57,000 ਫੌਜ ਥੋੜੀ ਨਹੀਂ ਹੁੰਦੀ, ਦੂਰ ਦੂਰ ਤੱਕ ਪਹਾੜੀਆਂ ਦੀ ਫੌਜ। ਪਰ ਜਦੋਂ ਖਾਲਸੇ ਨੇ ਦੰਦ ਖੱਟੇ ਕਰ ਦਿੱਤੇ ਤੇ ਪਹਾੜੀਏ ਭੱਜ ਗਏ ਤਾਂ ਸਾਧ ਸੰਗਤ ਜੀ ਫਿਰ ਪਹਾੜੀਆਂ ਨੇ ਸੋਚਿਆ ਵੀ ਹੁਣ ਤਾਂ ਔਰੰਗਜ਼ੇਬ ਦੀ ਫੌਜ ਲੈ ਕੇ ਆਈਏ। ਉਹਨਾਂ ਨੇ ਬਾਦਸ਼ਾਹ ਔਰੰਗਜ਼ੇਬ ਕੋਲ ਆਪਣੇ ਪ੍ਰਧਾਨ ਵਕੀਲ ਬੰਦੇ ਵੀ ਭੇਜੇ ਤੇ ਰਾਜੇ ਆਪ ਵੀ ਗਏ। ਬਾਦਸ਼ਾਹ ਨੂੰ ਚੁੱਕਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਵੱਡੀ ਫੌਜ ਤਿਆਰ ਕੀਤੀ ਹੋਈ ਹੈ। ਗੁਰੂ ਗੋਬਿੰਦ ਸਿੰਘ ਆਪਣੇ ਪਿਤਾ ਦਾ ਬਦਲਾ ਲੈਣਾ ਚਾਹੁੰਦੇ ਨੇ। ਗੁਰੂ ਗੋਬਿੰਦ ਸਿੰਘ ਤੁਹਾਡਾ ਦਿੱਲੀ ਦਾ ਰਾਜ ਤੁਹਾਡੇ ਤੋਂ ਖੋਹਣਾ ਚਾਹੁੰਦੇ ਨੇ। ਗੁਰੂ ਗੋਬਿੰਦ ਸਿੰਘ ਗਰੀਬ ਜਨਤਾ ਨੂੰ ਆਪਣੇ ਸਿੱਖ ਬਣਾ ਕੇ ਦੇਸ਼ 'ਚ ਬਗਾਵਤ ਦਾ ਬੀਜ ਰਹੇ ਨੇ। ਗੁਰੂ ਗੋਬਿੰਦ ਸਿੰਘ ਨੇ ਹੌਲੇ ਹੌਲੇ ਦਿੱਲੀ ਦੇ ਤਖਤ 'ਤੇ ਕਬਜ਼ਾ ਕਰ ਲੈਣਾ ਹੈ। ਥੋੜ੍ਹੇ ਦਿਨਾਂ ਤੱਕ ਸਿੰਘਾਂ ਨੇ ਦਿੱਲੀ ਮੱਲ ਲੈਣੀ ਹੈ। ਸਿੰਘ ਕਹਿੰਦੇ ਨੇ ਲਾਹੌਰ 'ਤੇ ਵੀ ਕਬਜ਼ਾ ਕਰਾਂਗੇ, ਦਿੱਲੀ 'ਤੇ ਵੀ ਕਬਜ਼ਾ ਕਰਾਂਗੇ, ਸਰਹੰਦ 'ਤੇ ਵੀ ਕਬਜ਼ਾ ਕਰਾਂਗੇ। ਬਾਦਸ਼ਾਹ ਔਰੰਗਜ਼ੇਬ ਪਹਾੜੀ ਰਾਜਿਆਂ ਦੀਆਂ ਗੱਲਾਂ ਵਿੱਚ ਆ ਗਿਆ। ਉਸ ਨੇ 10 ਲੱਖ ਫੌਜ ਭੇਜਣ ਦਾ ਹੁਕਮ ਦੇ ਦਿੱਤਾ। 10 ਲੱਖ ਫੌਜ ਚੜ੍ਹ ਕੇ ਆਈ। ਸ੍ਰੀ ਅਨੰਦਪੁਰ ਸਾਹਿਬ ਨੂੰ ਚਾਰੇ ਪਾਸਿਓਂ ਘੇਰਾ ਪੈ ਗਿਆ। ਪਹਿਲਾਂ ਤਾਂ ਕੁਝ ਮਹੀਨਾ ਭਰ ਲੜਾਈ ਹੁੰਦੀ ਰਹੀ, ਪਰ
ਤੁਰਕਾਂ ਦਾ ਕੋਈ ਜ਼ੋਰ ਨਹੀਂ ਸੀ ਚੱਲਦਾ, ਕਿਉਂਕਿ ਆਨੰਦਪੁਰ ਸਾਹਿਬ ਉੱਚੀ ਥਾਂ ਤੇ ਮਹਾਰਾਜ ਨੇ ਕਿਲੇ ਬਣਾਏ ਹੋਏ ਸਨ ਪਹਾੜਾਂ ਦੇ ਉੱਤੇ, ਤੇ ਤੁਰਕਾਂ ਦੀ ਫੌਜ ਮੈਦਾਨ ਵਿੱਚ ਥੱਲੇ ਨੀਵੀਂ ਥਾਂ ਤੇ ਹੋਣ ਕਰਕੇ ਸਿੰਘਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੁੰਦੀ ਰਹੀ। ਫਿਰ ਤੁਰਕਾਂ ਨੇ ਸੋਚਿਆ ਬਈ ਹੁਣ ਕਿਵੇਂ ਕਰੀਏ, ਇਹ ਤਾਂ ਗੁਰੂ ਗੋਬਿੰਦ ਸਿੰਘ ਲੜਾਈ 'ਚ ਤਾਂ ਹਾਰਦਾ ਨਹੀਂ। ਉਹਨਾਂ ਨੇ ਘੇਰਾ ਪਾ ਲਿਆ। ਘੇਰਾ ਪਾ ਕੇ ਜਿਹੜੇ ਰਸਤੇ ਸ੍ਰੀ ਅਨੰਦਪੁਰ ਸਾਹਿਬ ਵੱਲ ਜਾਂਦੇ ਸਨ ਸਾਰੇ ਰਸਤੇ ਬੰਦ ਕਰ ਦਿੱਤੇ। ਰਾਸ਼ਨ ਪਾਣੀ ਅੰਦਰ ਨਾ ਜਾਵੇ। ਗੁਰੂ ਜੀ ਨੇ ਪਹਿਲਾਂ ਹੀ ਪਤਾ ਸੀ ਵੀ ਘੇਰਾ ਪੈਣਾ ਹੈ, ਬਹੁਤ ਸਾਰਾ ਰਾਸ਼ਨ ਪਾਣੀ ਇਕੱਠਾ ਕਰਕੇ ਕਿਲੇ ਦੇ ਅੰਦਰ ਰੱਖਿਆ ਹੋਇਆ ਸੀ। ਕਈ ਮਹੀਨਿਆਂ ਦੀ ਤਿਆਰੀ ਗੁਰੂ ਜੀ ਕਰੀ ਬੈਠੇ ਸਨ, ਪਰ ਫਿਰ ਵੀ ਇਹ ਘੇਰਾ ਜੋ ਇਤਨਾ ਵੱਡਾ ਪੈ ਗਿਆ, ਬਾਹਰੋਂ ਅੰਦਰ ਜਾਣ ਦਾ ਤੇ ਅੰਦਰੋਂ ਬਾਹਰ ਜਾਣ ਦੇ ਸਭ ਰਸਤੇ ਬੰਦ ਹੋ ਗਏ। ਜਿੰਨਾ ਕੁ ਰਾਸ਼ਨ ਪਾਣੀ ਅੰਦਰ ਸੀਗਾ ਹੌਲੇ ਹੌਲੇ ਮੁੱਕਣ ਲੱਗ ਪਿਆ। ਇੱਥੋਂ ਤੱਕ ਵੀ ਇੱਕ ਨਹਿਰ ਗੁਰੂ ਜੀ ਨੇ ਸਤਲੁਜ ਦਰਿਆ ਵਿੱਚੋਂ ਸ੍ਰੀ ਅਨੰਦਪੁਰ ਸਾਹਿਬ ਬਣਾਈ ਹੋਈ ਸੀ। ਪਾਣੀ ਆਉਂਦਾ ਸੀ ਕਨਾਲ ਦੇ ਵਿੱਚ, ਉਹ ਪਾਣੀ ਜਿਹੜਾ ਸੀ ਸਿੰਘ ਘੋੜਿਆਂ ਨੂੰ ਵੀ ਪਿਆਉਂਦੇ ਸਨ ਤੇ ਆਪ ਵੀ ਇਸ਼ਨਾਨ ਪਾਣੀ ਉੱਥੇ ਕਰਦੇ ਸਨ, ਤੇ ਪੀਣ ਵਾਸਤੇ ਵੀ ਜਲ ਵਰਤਿਆ ਜਾਂਦਾ ਸੀ ਸਤਲੁਜ ਦਾ। ਤੁਰਕਾਂ ਨੇ ਉਹ ਜਿਹੜਾ ਨਾਲਾ ਸੀਗਾ, ਪਾਣੀ ਦੀ ਨਹਿਰ ਸੀ, ਉਹ ਵੀ ਪਿੱਛੋਂ ਕੱਟ ਦਿੱਤੀ, ਰੋਕ ਦਿੱਤਾ ਪਾਣੀ। ਅਨੰਦਪੁਰ ਸਾਹਿਬ ਪਾਣੀ ਵੀ ਨਾ ਮਿਲੇ। ਜਿਹੜੇ 5-7 ਛੋਟੇ ਖੂਹ ਸਨ ਉੱਥੋਂ ਹੀ ਸਿੰਘਾਂ ਨੂੰ ਪਾਣੀ ਭਰਨਾ ਪਿਆ, ਤੇ ਪਾਣੀ ਦੀ ਵੀ ਤੰਗੀ ਆ ਗਈ। ਦਰਖਤਾਂ ਦੇ ਪੱਤੇ ਵੀ ਸਿੰਘ ਖਾ ਗਏ। ਇੰਨੀ ਹਾਲਤ ਜਿਹੜੀ ਸੀ, ਭੁੱਖ ਨੇ ਲਾਚਾਰ ਕਰ ਦਿੱਤਾ। ਖਾਣਾ ਜਿੰਨਾ ਵੀ ਰਾਸ਼ਨ ਪਾਣੀ ਸਭ ਮੁੱਕ ਗਿਆ, ਤੇ ਘੇਰਾ ਲੰਮਾ ਹੁੰਦਾ ਗਿਆ। ਜਦੋਂ ਘੇਰਾ ਲੰਮਾ ਹੁੰਦਾ ਗਿਆ, ਲਗਭਗ 7 ਮਹੀਨੇ 8 ਮਹੀਨੇ ਹੋ ਗਏ, ਤੁਰਕਾਂ ਨੇ ਸੋਚਿਆ ਵੀ ਅਸੀਂ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਿੱਤ ਨਹੀਂ ਸਕਦੇ, ਤੇ ਕਿਵੇਂ ਕਰੀਏ, ਅਸੀਂ ਗੁਰੂ ਨੂੰ ਘੇਰੇ ਚੋਂ ਬਾਹਰ ਕੱਢੀਏ ਤੇ ਧੋਖੇ ਨਾਲ ਗੁਰੂ ਨੂੰ ਮਾਰੀਏ, ਜਾਂ ਗੁਰੂ ਨੂੰ, ਕਿਉਂਕਿ ਉੱਤੋਂ ਔਰੰਗਜ਼ੇਬ ਦੇ ਵੀ ਆਰਡਰ ਆਉਂਦੇ ਸਨ ਵੀ ਇੰਨੀ ਫੌਜ ਉੱਥੇ ਬੈਠੀ ਕੀ ਕਰ ਰਹੀ ਹੈ, ਤੁਹਾਡੇ ਕੋਲ ਗੁਰੂ ਨਹੀਂ ਕਾਬੂ ਆਉਂਦਾ, ਤੁਸੀਂ ਹੋਰ ਕੀ ਕਰੋਗੇ। ਸੋ ਬਾਦਸ਼ਾਹ ਦੇ ਉੱਤੋਂ ਹੁਕਮ ਸਖਤ ਸਨ, ਇੱਧਰੋਂ ਇਹ ਮੋਰਚਾ ਸਖਤ ਸੀਗਾ। ਤੁਰਕਾਂ ਨੇ ਫਿਰ ਲੜਾਈ ਦਾ ਰਾਹ ਛੱਡ ਕੇ ਨੀਤੀ ਦਾ ਰਾਹ ਅਪਣਾ ਲਿਆ। ਗੁਰੂ ਜੀ ਕੋਲ ਆਪਣੇ ਵਕੀਲ ਭੇਜੇ, ਸਿਆਣੇ ਸਿਆਣੇ ਬੰਦੇ। ਇੱਕ ਕਾਜੀ ਨੂੰ ਭੇਜਿਆ, ਇੱਕ ਬ੍ਰਾਹਮਣ ਨੂੰ, ਪੰਡਿਤ ਨੂੰ ਭੇਜਿਆ, ਆਪਣੇ ਆਪਣੇ ਧਰਮ ਦੀ ਸਹੁੰ ਪਾ ਕੇ ਕਿ ਗੁਰੂ ਜੀ ਅਨੰਦਪੁਰ ਦਾ ਕਿਲਾ ਛੱਡ ਦੇਣ, ਅਸੀਂ ਰਸਤਾ ਨਹੀਂ ਰੋਕਾਂਗੇ। ਮਾਤਾ ਜੀ ਕੋਲ ਵੀ ਇੱਕ ਬੰਦੇ ਗਏ, ਮਾਤਾ ਜੀ ਰਾਜੀ ਹੋ ਗਏ, ਪਰ ਗੁਰੂ ਜੀ ਨਹੀਂ ਮੰਨੇ। ਮਹਾਰਾਜ ਕਹਿੰਦੇ ਅਸੀਂ ਨਹੀਂ ਜਾਣਾ ਕਿਲਾ ਛੱਡ ਕੇ। ਸੋ ਸਾਧ ਸੰਗਤ ਜੀ, ਬਾਕੀ ਸਿੰਘ ਵੀ ਤੰਗ ਸਨ। ਮਾਤਾ ਜੀ ਨੇ ਤੇ ਸਿੰਘਾਂ ਨੇ ਸਾਰਿਆਂ ਨੇ ਜ਼ੋਰ ਪਾਇਆ ਗੁਰੂ ਜੀ ਤੇ, ਗੁਰੂ ਜੀ ਤੁਸੀਂ ਜਿੱਦ ਨਾ ਕਰੋ, ਕਿਲਾ ਛੱਡ ਦਿਓ, ਕਿਉਂਕਿ ਭੁੱਖ ਨਾਲ ਮਰ ਰਹੇ ਹਾਂ। ਕਈ ਮਹੀਨੇ ਹੋ ਗਏ ਰੋਟੀ ਵੀ ਨਹੀਂ ਦੇਖੀ, ਔਰ ਘੋੜਿਆਂ ਨੂੰ ਖਾਣ ਵਾਸਤੇ ਘਾਹ ਪੱਠਾ ਦਾਣਾ ਅੰਨ ਪਾਣੀ ਵੀ ਨਹੀਂ ਮਿਲ ਰਿਹਾ। ਘੋੜੇ ਵੀ ਭੁੱਖ ਨਾਲ ਮਰਦੇ ਜਾ ਰਹੇ ਨੇ, ਸਿੰਘ ਵੀ ਸ਼ਹੀਦੀਆਂ ਪਾ ਰਹੇ ਨੇ। ਔਰ ਅਨੰਦਪੁਰ ਸਾਹਿਬ ਦੇ ਵਿੱਚ ਬੀਬੀਆਂ, ਬੱਚੇ, ਜਿਹੜੇ ਅਨੰਦਪੁਰ ਸਾਹਿਬ ਦੇ ਵਸਨੀਕ ਸਿੱਖਾਂ ਦੇ ਘਰ ਹਨ ਜਾਂ ਉਹਨਾਂ ਦੇ ਪਰਿਵਾਰ ਹਨ, ਉਹ ਵੀ ਭੁੱਖ ਨਾਲ ਹਾਲੋਂ ਬੇਹਾਲ ਹੋ ਗਏ ਨੇ। ਸਾਧ ਸੰਗਤ ਜੀ, ਮਹਾਰਾਜ 10ਵੇਂ ਪਾਤਸ਼ਾਹ ਕਹਿੰਦੇ ਭਾਈ ਜੇ ਤੁਸੀਂ ਇੱਥੇ ਟਿਕੇ ਰਹੋਗੇ ਤੇ ਥੋੜੇ ਦਿਨਾਂ ਨੂੰ ਇਹਨਾਂ ਤੁਰਕਾਂ ਨੇ ਘੇਰਾ ਉਠਾ ਕੇ ਆਪੇ ਚਲੇ ਜਾਣਾ ਹੈ। ਜੇ ਤੁਸੀਂ ਇੱਥੋਂ ਨਿਕਲੋਗੇ ਤਾਂ ਇਹਨਾਂ ਤੁਰਕਾਂ ਨੇ ਤੁਹਾਨੂੰ ਮਾਰ ਦੇਣਾ ਹੈ। ਪਰ ਮਾਤਾ ਜੀ ਕਹੀ ਜਾਂਦੇ, ਮਾਤਾ ਗੁਜਰੀ ਜੀ, ਕਿ ਕਿਵੇਂ ਮਾਰਨਗੇ, ਉਹ ਤੇ ਆਪਣੇ ਧਰਮ ਦੀ ਸਹੁੰ ਪਾਉਂਦੇ ਹੈ। ਮਹਾਰਾਜ ਕਹਿੰਦੇ ਮਾਤਾ ਜੀ ਤੁਸੀਂ ਨਹੀਂ ਜਾਣਦੇ ਰਾਜਨੀਤੀ ਨੂੰ, ਇਹ ਸਹੁੰਆਂ ਝੂਠੀਆਂ ਹੀ ਪਾਉਂਦੇ ਹੈ, ਬਾਅਦ 'ਚ ਇਹਨਾਂ ਨੇ ਮੁੱਕਰ ਜਾਣਾ ਹੈ। ਰਾਜਨੀਤੀ 'ਚ ਜਿਹੜੀ ਸਹੁੰ ਕਸਮ ਹੈ ਧਰਮ ਇਮਾਨ ਦੀ, ਇਹ ਆਮ ਗੱਲ ਹੁੰਦੀ ਹੈ। ਰਾਜਨੀਤੀ ਕਿਸੇ ਧਰਮ ਇਮਾਨ ਨੂੰ ਮੰਨਦੀ ਨਹੀਂ ਹੈ। ਇਸ ਤਰ੍ਹਾਂ ਦੇ ਬਚਨ ਸਾਧ ਸੰਗਤ ਜੀ ਮਾਤਾ ਜੀ ਤੇ ਗੁਰੂ ਸਾਹਿਬ 'ਚ ਹੋਏ। ਸਿੰਘਾਂ ਨੂੰ ਵੀ ਮਹਾਰਾਜ ਨੇ ਬੜਾ ਸਮਝਾਇਆ, ਪਰ ਸਿੰਘ ਮੰਨੇ ਨਹੀਂ।
ਉਸ ਤੋਂ ਅਗਲੀ ਕਥਾ ਮਹਾਰਾਜ ਦੀ 10ਵੇਂ ਪਾਤਸ਼ਾਹ ਦੀ ਆਪਾਂ ਅੱਜ ਆਰੰਭ ਕਰੀਏ ਤੇ ਲਗਭਗ 2 ਹਫ਼ਤੇ ਆਪਣੇ ਕੋਲ ਹਨ। ਜਿੰਨੀ ਕਥਾ ਹੋ ਸਕੀ ਯਤਨ ਕਰਾਂਗੇ। ਸਾਧ ਸੰਗਤ ਜੀ, ਗੁਰੂ 10ਵੇਂ ਪਾਤਸ਼ਾਹ ਜੀ ਦੇ ਅਨੰਦਪੁਰ ਸਾਹਿਬ ਦੇ ਕਿਲੇ ਛੱਡਣ ਤੋਂ ਲੈ ਕੇ ਛੋਟੇ ਸਾਹਿਬਜ਼ਾਦਿਆਂ ਤੱਕ ਦੀ ਸ਼ਹੀਦੀ ਦਾ ਪ੍ਰਸੰਗ ਸੁਣਾਇਆ ਜਾਵੇ। ਯਤਨ ਕਰਾਂਗੇ। ਅੱਗੇ ਗੁਰੂ ਸਾਹਿਬ ਜੀ ਦਾ ਹੁਕਮ ਹੈ। ਆਪ ਜੀ ਬੜੇ ਪ੍ਰੇਮ ਨਾਲ ਹਾਜ਼ਰੀਆਂ ਭਰ ਰਹੇ ਹੋ। ਆਸ ਕਰਦੇ ਹਾਂ ਤੁਸੀਂ ਰੋਜ਼ ਇਸੇ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਦੀ ਕਥਾ ਸੁਣਨ ਆਓਗੇ, ਕਿਉਂਕਿ ਉਹਨਾਂ ਮਹਾਨ ਸ਼ਹੀਦਾਂ ਨੇ ਇਹਨਾਂ ਦਿਨਾਂ ਵਿੱਚ ਇੰਨੀ ਸਰਦੀ 'ਚ ਸਾਡੇ ਵਾਸਤੇ ਆਪਣੀਆਂ ਜਾਨਾਂ ਵਾਰੀਆਂ ਸਨ। ਅਸੀਂ ਉਹਨਾਂ ਦੀ ਕਥਾ ਹੀ ਸੁਣ ਲਈਏ, ਇੰਨੀ ਸਾਡੀ ਸੇਵਾ ਪ੍ਰਵਾਨ ਹੋ ਜਾਏਗੀ। ਪਿਆਰ ਨਾਲ ਸਾਰੀ ਸੰਗਤ, ਮਾਈ ਭਾਈ ਜਿੰਨੇ ਬੈਠੇ ਹੋ, ਆਖਣਾ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਹਿਓ ਬਹੁਤ ਸਤਿਗੁਰ ਪ੍ਰਭੂ ਜਨਨੀ ਆਦਿ ਜੇ ਸਿੱਖ। ਫਿਰ ਸਾਧ ਸੰਗਤ ਜੀ, ਮਾਤਾ ਗੁਜਰੀ ਜੀ ਨੇ ਤੇ ਸਿੰਘਾਂ ਨੇ ਗੁਰੂ ਜੀ ਤੇ ਬਹੁਤ ਜ਼ੋਰ ਪਾਇਆ ਕਿ ਮਹਾਰਾਜ ਜੀ ਤੁਸੀਂ ਅਨੰਦਪੁਰ ਦਾ ਕਿਲਾ ਛੱਡੋ। ਮਹਾਰਾਜ ਕਹਿੰਦੇ ਮਾਤਾ ਜੀ ਕਿਲਾ ਛੱਡ ਕੇ ਸਾਰਾ ਪਰਿਵਾਰ ਤੇ ਸਾਰੇ ਸਿੰਘ ਮਰਵਾਣੇ ਨੇ। ਇਹਨਾਂ ਤੁਰਕਾਂ ਨੇ ਆਪਾਂ ਨੂੰ ਅਨੰਦਪੁਰ ਤੋਂ 10 ਮੀਲ ਵੀ ਬਾਹਰ ਨਹੀਂ ਜਾਣਾ ਦੇਣਾ ਕਿ ਉੱਥੇ ਸਾਰੇ ਮਾਰ ਦੇਣੇ ਆ। ਤੇ ਮਾਤਾ ਜੀ ਕਹਿੰਦੇ ਨਹੀਂ, ਕਿਵੇਂ ਮਾਰਨਗੇ? ਇਹ ਤੇ ਕਸਮਾਂ ਖਾਂਦੇ ਕੁਰਾਨ ਦੀਆਂ, ਗੀਤਾ ਦੀਆਂ, ਧਰਮ ਦੀਆਂ ਵੀ ਅਸੀਂ ਮਹਾਰਾਜ ਤੁਹਾਡਾ ਰਾਹ ਨਹੀਂ ਰੋਕਾਂਗੇ। ਪਰ ਗੁਰੂ ਸਾਹਿਬ ਜੀ ਸਮਝਾਉਂਦੇ ਮਾਤਾ ਜੀ ਇਹ ਕਸਮਾਂ ਤਾਂ ਐਵੇਂ ਹੀ ਹੁੰਦੀਆਂ, ਇਹਨਾਂ ਦੀਆਂ ਝੂਠੀਆਂ ਹੀ ਹੁੰਦੀਆਂ। ਪਰ ਮਾਤਾ ਜੀ ਤੇ ਸਿੱਖ ਵਿਚਾਰੇ ਭੁੱਖ ਨਾਲ ਲਾਚਾਰ ਹੋਏ। ਹੁਣ ਭੁੱਖ ਵੀ ਬੜੀ ਬੁਰੀ ਚੀਜ਼ ਹੈ। ਮੌਤੋਂ ਭੁੱਖ ਬੁਰੀ। ਮੌਤ ਜ਼ਿੰਦਗੀ 'ਚ ਇੱਕੋ ਵਾਰੀ ਆਉਣੀ ਹੈ ਤੇ ਭੁੱਖ ਦਿਨ 'ਚ 3 ਵਾਰੀ ਤੰਗ ਕਰਦੀ ਹੈ। ਸਵੇਰੇ ਨਾਸ਼ਤਾ ਕਰੀਦਾ ਤੇ ਦੁਪਹਿਰੇ ਭੁੱਖ ਲੱਗ ਜਾਂਦੀ ਹੈ, ਰੋਟੀ ਖਾਈਦੀ ਹੈ, ਸ਼ਾਮ ਨੂੰ ਫਿਰ ਭੁੱਖ ਲੱਗ ਜਾਂਦੀ, ਰਾਤੀ ਖਾ ਕੇ ਸੌਂਈਦਾ, ਸਵੇਰੇ ਫਿਰ ਤੰਗ ਕਰਦੀ ਹੈ। ਰਾਤੀ ਸੁੱਤੇ ਖਾ, ਸਵੇਰੇ ਫਿਰ ਖੜੀ। ਫਰੀਦਾ ਮੌਤੋਂ ਭੁੱਖ ਬੁਰੀ, ਰਾਤੀ ਸੁੱਤੇ ਖਾ, ਸਵੇਰੇ ਫਿਰ ਖੜੀ। ਭੁੱਖੇ ਭਗਤ ਨਾ ਕੀਜੈ। ਸਾਰੀ ਦੁਨੀਆ ਜਿੱਥੇ ਮਰਜ਼ੀ ਚਲੇ ਜਾਓ, ਕਿਸੇ ਧਰਮ, ਕਿਸੇ ਕੌਮ, ਕਿਸੇ ਜਾਤੀ ਦੇ ਬੰਦੇ ਨੂੰ, ਕਿਸੇ ਪਸ਼ੂ ਪੰਛੀ ਨੂੰ ਵੀ ਸਾਧ ਸੰਗਤ ਦੀ ਰੋਟੀ ਤੋਂ ਬਿਨਾਂ, ਭੋਜਨ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ। ਮਸਲਾ ਸਾਰੇ ਪਾਸੇ ਰੋਟੀ ਦਾ ਹੀ ਹੈ। ਰੋਟੀ ਨਾ ਤੋਂ ਬਿਨਾਂ ਸਭ ਤੰਗ ਸਨ, ਪ੍ਰਸ਼ਾਦੇ ਤੋਂ ਬਿਨਾਂ ਸਭ ਵਿਆਕੁਲ ਸਨ। ਤੇ ਮਾਤਾ ਜੀ ਔਰ ਸਿੰਘ ਮਹਾਰਾਜ ਦੀ ਗੱਲ ਸਮਝਦੇ ਨਹੀਂ। ਮਹਾਰਾਜ ਸਮਝਾਉਂਦੇ ਹੈ ਪਰ ਭੁੱਖ ਕਿੱਥੇ ਸਮਝਣ ਦਿੰਦੀ ਹੈ। ਭੁੱਖ ਤਾਂ ਮੱਤ ਦੇ ਉੱਤੇ ਪੜਦਾ ਪਨ ਵਿਆਕੁਲ ਕਰ ਦਿੰਦੀ ਹੈ। ਵੱਡੇ ਤੋਂ ਵੱਡਾ ਗਿਆਨੀ ਪੁਰਸ਼ ਵੀ ਭੁੱਖਾ ਹੋਵੇ ਨਾ, ਉਹਨੂੰ ਕੁਝ ਨਹੀਂ ਸੁਝਦਾ, ਜਿੱਡਾ ਮਰਜ਼ੀ ਗਿਆਨੀ ਹੋਵੇ। ਗਿਆਨ ਧਿਆਨ ਉਹਨਾਂ ਚਿਰ ਜਿੰਨਾ ਚਿਰ ਪ੍ਰਸ਼ਾਦਾ ਮਿਲਦਾ। ਜਦੋਂ ਪ੍ਰਸ਼ਾਦਾ ਨਹੀਂ ਮਿਲਿਆ ਤੇ ਫਿਰ ਭੁੱਖ ਵਿਆਕੁਲ ਕਰਕੇ ਗਿਆਨ ਧਿਆਨ ਭੁਲਾ ਦਿੰਦੀ ਹੈ। ਹਾਂਜੀ। ਨਹਿ ਮਨ ਲਿਆਵਤ ਸਾਚ ਕੋ ਹੋਏ ਜੋ ਬਾਤ ਭਵਿੱਖ। ਵਿਚਾਰੇ ਭੁੱਖ ਨਾਲ ਲਾਚਾਰ ਹੋਏ ਸਿੱਖ ਕਈ ਮਹੀਨਿਆਂ ਤੋਂ ਰੋਟੀ ਨਹੀਂ ਵੇਖੀ ਉਹਨਾਂ ਨੇ। ਦਰਖਤਾਂ ਦੇ ਪੱਤੇ ਵੀ ਖਾ ਚੁੱਕੇ ਨੇ। ਉਹਨਾਂ ਨੂੰ ਕੀ ਪਤਾ ਵੀ ਆਉਣ ਵਾਲੇ ਸਮੇਂ ਸਾਡੇ ਨਾਲ ਕੀ ਭਾਣੇ ਵਰਤ ਜਾਣੇ ਆ, ਸਾਡੇ ਨਾਲ ਕਿੱਡਾ ਵੱਡਾ ਧੋਖਾ ਹੋ ਜਾਣਾ ਹੈ। ਚੌਪਈ ਸ੍ਰੀ ਕਲਗੀਧਰ ਤਬਹਿ ਵਿਚਾਰਾ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਮਹਾਰਾਜ ਕਲਗੀਧਰ ਅੰਤਰਜਾਮੀ ਸਾਰੀਆਂ ਗੱਲਾਂ ਚੰਗੀ ਤਰ੍ਹਾਂ ਰਾਜਨੀਤੀ ਦੀਆਂ ਜਾਣਦੇ ਹਨ। ਦੁਸ਼ਮਣ ਦੀਆਂ ਚਾਲਾਂ ਨੂੰ ਚੰਗੀ ਤਰ੍ਹਾਂ ਮਹਾਰਾਜ ਸਮਝਦੇ ਹਨ ਤੇ ਹੁਣ ਸਤਿਗੁਰੂ ਜੀ ਵਿਚਾਰ ਕਰਦੇ ਹਨ। ਇਨਹੂ ਦਿਖਾਵਹੁ ਕਰ ਪਤਿਆਰਾ। ਮਹਾਰਾਜ ਸੋਚਦੇ ਆ ਵੀ ਹੁਣ ਸਿੰਘਾਂ ਨੂੰ ਵਿਸ਼ਵਾਸ ਨਹੀਂ ਆਉਂਦਾ ਸਾਡੀ ਗੱਲ ਤੇ। ਅਸੀਂ ਇਹਨਾਂ ਨੂੰ ਸਮਝਾ ਰਹੇ ਹਾਂ ਵੀ ਸਿੰਘੋ ਤੁਹਾਡੇ ਨਾਲ ਧੋਖਾ ਹੋ ਜਾਣਾ, ਤੇ ਮੰਨਦੇ ਨਹੀਂ। ਇਹਨਾਂ ਨੂੰ ਇੱਕ ਵਾਰੀ ਅਸੀਂ ਪਤਿਆਰਾ ਕਰਕੇ ਇਹਨਾਂ ਨੂੰ ਮਿਸਾਲ, ਇਹਨਾਂ ਨੂੰ ਉਦਾਹਰਣ ਦਿਖਾਈਏ ਤੁਰਕਾਂ ਦੀ ਦਗੇਬਾਜ਼ੀ ਦੀ। ਪੰਮਾ ਆਪਨ ਹਜੂਰ ਹਕਾਰਿਓ। ਮਹਾਰਾਜ ਜੀ ਨੇ ਰਾਜੇ ਭੀਮ ਚੰਦ ਦੇ ਪੁਰੋਹਿਤ ਪੰਮੇ ਨੂੰ ਆਪਣੇ ਕੋਲ ਬੁਲਾ ਲਿਆ। ਇਹ ਪੰਮਾ ਪੁਰੋਹਿਤ ਸਾਧ ਸੰਗਤ ਜੀ ਬੜਾ ਹੀ ਕਪਟੀ ਬੰਦਾ ਸੀਗਾ। ਝੂਠੀਆਂ ਕਸਮਾਂ ਬੜੀਆਂ ਚੁੱਕ ਲੈਂਦਾ ਸੀ। ਗਊ ਦੀ ਕਸਮ, ਗੀਤਾ ਦੀ ਕਸਮ, ਭਗਵਾਨ ਦੀ ਕਸਮ ਤਾਂ ਇਹਦੀ ਜ਼ੁਬਾਨ ਤੇ ਹਰ ਵੇਲੇ ਰਹਿੰਦੀ ਸੀ। ਤੇ ਗੁਰੂ ਮਹਾਰਾਜ 10ਵੇਂ ਪਾਤਸ਼ਾਹ ਦੀ ਚਾਲਾਂ ਸਮਝਦੇ ਸਨ। ਹੋਰ ਕਿਸੇ ਨੂੰ ਆਪਣੀ ਗੱਲ ਸਮਝ ਨਹੀਂ ਸੀ ਆਉਣ ਦਿੰਦਾ।
ਦਸਵੇਂ ਪਾਤਸ਼ਾਹ ਨੇ ਪੰਮੇ ਪਰੋਹਤ ਨੂੰ ਆਪਣੇ ਕੋਲ ਬੁਲਾਇਆ ਹੈ। ਸਭਿੰਨ ਸਨਾਵਤ ਤਿਸੈ ਉਚਾਰਿਓ। ਸਭਾ ਭਰੀ ਹੋਈ ਹੈ, ਸਿੰਘ ਵੀ ਬੈਠੇ ਨੇ, ਮਾਤਾ ਜੀ ਵੀ ਬੈਠੇ ਨੇ, ਤੇ ਮਹਾਰਾਜ ਦਸਵੇਂ ਪਾਤਸ਼ਾਹ ਉਸ ਪੰਮੇ ਪਰੋਹਤ ਨੂੰ ਕਹਿਣ ਲੱਗੇ, ਅਵਰੰਗਾ ਅਰ ਗਿਰਪਤ ਸਾਰੇ। ਮਹਾਰਾਜ ਕਹਿੰਦੇ ਹੈ ਪੰਮਾ ਪਰੋਹਤ, ਦੇਖੋ ਤੁਹਾਡੇ 22 ਧਾਰ ਦੇ ਰਾਜੇ ਔਰ ਤੁਹਾਡਾ ਬਾਦਸ਼ਾਹ ਔਰੰਗਜ਼ੇਬ ਸਹਿਤ ਸਮਾਜ ਜਿ ਚਹਿਤ ਨਿਕਾਰੇ। ਜੇ ਸਾਨੂੰ ਸਣੇ ਸਮਾਨ ਦੇ ਆਪਣੇ ਪਰਿਵਾਰਾਂ ਦੇ ਸਮੇਤ ਆਨੰਦਪੁਰ ਤੋਂ ਨਿਕਾਲਣਾ ਚਾਹੁੰਦੇ ਨੇ, ਕੱਢਣਾ ਚਾਹੁੰਦੇ ਨੇ, 5000 ਪ੍ਰਭਖ ਬਨ ਜਾਰੇ, ਤਾਂ ਸਾਡਾ ਸਮਾਨ ਬਹੁਤ ਹੈ। ਸਾਡਾ ਜਿਹੜਾ ਸਮਾਨ ਹੈ ਉਹ ਢੋਣ ਵਾਸਤੇ ਸਾਨੂੰ 5000 ਬੈਲ ਗੱਡੀਆਂ ਚਾਹੀਦੀਆਂ, ਥੋੜਾ ਵਾਲਾ ਸਮਾਨ ਨਹੀਂ ਸਾਡੇ ਕੋਲ। ਆਨੰਦਪੁਰ ਸਾਹਿਬ ਬਹੁਤ ਵੱਡਾ ਰਾਜ ਸਾਜ ਸੀ ਸਾਧ ਸੰਗਤ ਜੀ। ਮਹਾਰਾਜ ਕਹਿੰਦੇ ਅਸੀਂ ਚਲੇ ਜਾਂਦੇ ਹਾਂ ਆਨੰਦਪੁਰ ਦਾ ਕਿਲਾ ਛੱਡ ਕੇ, ਪਰ ਸਾਡੇ ਕੋਲ ਗੱਡੇ ਨਹੀਂ ਹਨ, ਬੈਲ ਗਾੜੀਆਂ। ਉਹਨਾਂ ਦਿਨਾਂ ਵਿੱਚ ਟਰੱਕ ਤਾਂ ਹੁੰਦੇ ਨਹੀਂ ਸੀ, ਬੈਲ ਗਾੜੀਆਂ ਰੇੜੇ ਹੁੰਦੇ ਸਨ। ਮਹਾਰਾਜ ਕਹਿੰਦੇ ਰੇੜੇ ਗੱਡੇ ਸਾਨੂੰ ਭੇਜ ਦਿਓ, 5000 ਬਲਦ ਗੱਡੀਆਂ ਭੇਜ ਦਿਓ। ਭੇਜ ਦਿਓ ਹਮ ਕੋਸ਼ ਨਿਕਾਰੇ। ਅਸੀਂ ਆਪਣਾ ਖਜ਼ਾਨਾ ਜਿਹੜਾ ਹੈ, ਆਪਣਾ ਜਿਹੜਾ ਮਾਲ ਮੱਤਾ ਹੈ, ਚੰਗਾ ਸੋਨਾ ਚਾਂਦੀ ਹੈ, ਜਾਂ ਸਾਡੇ ਕੋਲ ਹੀਰੇ ਮੋਤੀ ਹਨ ਜਿਹੜੇ, ਜਾਂ ਬਹੁਤ ਕੀਮਤੀ ਬਸਤਰ ਜਾਂ ਸ਼ਸਤਰ ਹਨ, ਉਹ ਅਸੀਂ ਆਪਣੇ ਗੱਡਿਆਂ ਤੇ ਲੱਦ ਕੇ ਲੈ ਜਾਵਾਂਗੇ। ਚਲੇ ਜਾਵਾਂਗੇ ਭਾਈ, ਅਸੀਂ ਆਨੰਦਪੁਰ ਛੱਡ ਦਿਆਂਗੇ, ਪਰ ਸਾਨੂੰ ਗੱਡੇ ਤਾਂ ਭੇਜੋ। ਗੱਡਿਆਂ ਤੋਂ ਬਿਨਾਂ ਅਸੀਂ ਕਿਵੇਂ ਜਾਈਏ? ਮਾਲ ਢੋਣ ਵਾਸਤੇ ਸਾਨੂੰ ਗੱਡੇ ਰੇੜੇ ਵਧੀਆ ਭੇਜ ਦਿਓ। ਪ੍ਰਥਮ ਹਮਾਰੀ ਦੌਲਤ ਜਾਵੈ। ਸਭ ਤੋਂ ਪਹਿਲਾਂ ਤੇ ਪਰੋਹਤ ਜੀ ਅਸੀਂ ਆਪਣੀ ਦੌਲਤ ਕੱਢਾਂਗੇ, ਪੈਸਾ ਕੱਢਾਂਗੇ, ਕਿਉਂਕਿ ਪੈਸਾ ਜਿੱਥੇ ਵੀ ਜਾਈਏ ਉੱਥੇ ਪੈਸੇ ਨਾਲ ਹੀ ਕੰਮ ਚੱਲਦਾ। ਸਾਡੇ ਕੋਲ ਜਿੰਨਾ ਕਰੋੜਾਂ ਰੁਪਈਆ ਹੈ ਉਹ ਅਸੀਂ ਪਹਿਲਾਂ ਗੱਡਿਆਂ ਤੇ ਲੱਦ ਕੇ ਬਾਹਰ ਕੱਢਾਂਗੇ। ਤਿਸ ਪਛਾਤੀ ਨਿਕਰ ਸਿਧਾਵੈ। ਪਹਿਲਾਂ ਅਸੀਂ ਆਪਣਾ ਕੀਮਤੀ ਸਮਾਨ, ਸੋਨੇ ਚਾਂਦੀ ਦੇ ਬਰਤਨ ਹਨ ਸਾਡੇ ਕੋਲ, ਹੀਰੇ ਮੋਤੀ ਹਨ ਸਾਡੇ ਕੋਲ, ਤੇ ਮਹਾਰਾਜ ਕਹਿੰਦੇ ਪਰੋਹਤ ਸਾਡੇ ਕੋਲ ਬਹੁਤ ਜ਼ਿਆਦਾ ਸੋਨਾ ਚਾਂਦੀ ਹੈ, ਪਹਿਲਾਂ ਅਸੀਂ ਉਹ ਕੱਢਾਂਗੇ, ਫਿਰ ਅਸੀਂ ਆਪ ਨਿਕਲਾਂਗੇ। ਅਪਰ ਸਮਾਜ ਸਾਥ ਹਮ ਰਾਖੈ। ਆਪਣੇ ਪਰਿਵਾਰ ਨੂੰ, ਆਪਣੇ ਬੱਚਿਆਂ ਨੂੰ, ਆਪਣੀ ਸੰਗਤ ਨੂੰ, ਆਪਣੀ ਫੌਜ ਨੂੰ, ਆਪਣੇ ਘੋੜਿਆਂ ਨੂੰ ਨਾਲ ਲੈ ਕੇ ਜਾਵਾਂਗੇ। ਅਸੀਂ ਕੋਈ ਵੀ ਪਿੱਛੇ ਛੱਡ ਕੇ ਨਹੀਂ ਜਾਵਾਂਗੇ। ਜੰਗਲ ਦੇਸ਼ ਜਾਨ ਅਬਲਾਖੈ। ਜਿੱਧਰ ਸਾਡਾ ਜੀ ਕਰੇਗਾ ਜੰਗਲਾਂ ਨੂੰ ਅਸੀਂ ਚਲੇ ਜਾਵਾਂਗੇ। ਮਾਲਵੇ ਦੀ ਧਰਤੀ, ਬਠਿੰਡੇ ਦੇ ਇਲਾਕੇ ਨੂੰ ਜੇ ਸਾਡੀ ਇੱਛਾ ਹੋਈ ਤੇ ਅਸੀਂ ਚਲੇ ਜਾਵਾਂਗੇ। ਇਮ ਸੁਨ ਪੰਮਾ ਬਾਹਰ ਗਿਓ। ਇਹ ਸੁਣ ਕੇ ਪੰਮਾ ਉਸੇ ਵੇਲੇ ਦੌੜਿਆ ਵੀ ਕੱਲ ਕੰਮ ਬਣ ਗਿਆ ਜੀ। ਪੰਮੇ ਨੂੰ ਬੜੀ ਖੁਸ਼ੀ ਹੋਈ। ਪੰਮਾ ਜਿਹੜਾ ਸੀ, ਇਸ ਤੁਸੀਂ ਯਾਦ ਰੱਖਣਾ, ਪੰਮਾ ਸੀ ਪਹਾੜੀ ਰਾਜਿਆਂ ਦਾ ਪ੍ਰੋਹਤ, ਗੁਰੂ ਘਰ ਦੇ ਵੈਰੀਆਂ ਦਾ ਪ੍ਰੋਹਤ। ਉਹ ਸਮਝੋ ਵਕੀਲ ਬਣ ਕੇ ਆਇਆ ਸੀ ਸੁਲ੍ਹਾ ਕਰਨ ਲਈ। ਗੁਰੂ ਜੀ ਨੂੰ ਇਹ ਕਹਿਣ ਆਇਆ ਸੀ ਵੀ ਤੁਸੀਂ ਕਿਲਾ ਛੱਡ ਦਿਓ ਤੇ ਅਸੀਂ ਮਹਾਰਾਜ ਫੇਰ ਤੁਹਾਡਾ ਰਾਹ ਨਹੀਂ ਰੋਕਣ ਲੱਗੇ, ਤੇ ਤੁਸੀਂ 2-4 ਮਹੀਨੇ ਕਿਤੇ ਬਾਹਰ ਰਹਿ ਕੇ ਵਾਪਸ ਆਪਣੇ ਆਨੰਦਪੁਰ 'ਚ ਆ ਜਾਣਾ, ਫਿਰ ਸਾਨੂੰ ਕੋਈ ਇਤਰਾਜ਼ ਨਹੀਂ। ਇੱਕ ਵਾਰੀ ਤੁਸੀਂ ਸਾਡੀ ਰੱਖ ਲਓ, ਸਾਡੀ ਗੱਲ ਮੰਨ ਲਓ, ਇੱਕ ਵਾਰੀ ਕਿਲਾ ਛੱਡ ਦਿਓ। ਤੇ ਜਦੋਂ ਗੁਰੂ ਜੀ ਨੇ ਆਖਿਆ ਵੀ ਅਸੀਂ ਤਾਂ ਛੱਡਣ ਨੂੰ ਰਾਜ਼ੀ ਹਾਂ, ਛੱਡ ਦਿੰਦੇ ਹਾਂ, ਪਰ ਸਾਡੇ ਸਮਾਨ ਢੋਣ ਵਾਸਤੇ, ਸਾਡਾ ਖਜ਼ਾਨਾ ਢੋਣ ਵਾਸਤੇ ਗੱਡੇ ਤੇ ਭੇਜ ਦਿਓ। ਤੇ ਪੰਮੇ ਨੂੰ ਚਾਹ ਚੜ ਗਿਆ, ਲਓ ਜੀ ਕੰਮ ਬਣ ਗਿਆ। ਇੰਨੇ ਮਹੀਨਿਆਂ ਦੇ ਮੱਛਰਾਂ 'ਚ ਬੈਠੇ ਸੀਗੇ, ਕਿਉਂਕਿ ਬਾਹਰ ਜੰਗਲਾਂ 'ਚ ਤੰਬੂ ਲਾ ਕੇ ਸਿਪਾਹੀਆਂ ਨੂੰ ਰਹਿਣਾ ਪੈਂਦਾ ਸੀ ਤੇ ਮੱਛਰ ਬੜੇ ਵੱਢਦੇ ਸੀਗੇ। ਤੇ ਕਈ ਵਾਰੀ ਬਰਸਾਤ ਪੈ ਜਾਣੀ, ਕਈ ਵਾਰੀ ਗਰਮੀ ਬੜੀ ਹੋਣੀ, ਸਾਰਾ ਕੁਝ ਮੌਸਮ ਲਗਭਗ 7-8 ਮਹੀਨੇ ਹੋ ਗਏ ਸੀ। ਇਹ ਮਾਰਚ ਅਪ੍ਰੈਲ 'ਚ ਘੇਰਾ ਪਿਆ ਸੀਗਾ ਅਨੰਦਪੁਰ ਸਾਹਿਬ ਨੂੰ। ਤੇ ਸਾਧ ਸੰਗਤ ਜੀ ਇਹ ਦਸੰਬਰ ਤੱਕ ਚੱਲਿਆ। ਇੰਨੇ ਮਹੀਨੇ ਲੜਾਈ ਹੁੰਦੀ ਸੀ। ਕਦੀ ਸਿੰਘ ਅੰਦਰੋਂ ਜਾ ਕੇ ਰਾਤ ਨੂੰ ਨਾ ਭਾਈ ਉਦੇ ਸਿੰਘ ਜੀ ਜਰਨਲ, ਕਦੀ ਸਾਹਿਬਜ਼ਾਦਾ ਅਜੀਤ ਸਿੰਘ ਜੀ, ਤੇ ਕਦੀ ਹੋਰ ਸਿੰਘ ਰਾਤ ਨੂੰ ਸੁੱਤੇ ਪਏ ਤੁਰਕਾਂ ਦੇ ਤੰਬੂਆਂ 'ਚ ਜਾ ਵੜਦੇ ਸੀਗੇ। ਤੇ ਤੁਰਕਾਂ ਦਾ ਸਮਾਨ, ਉਹਨਾਂ ਦੇ ਘੋੜੇ ਵੀ ਖੋਹ ਲਿਆਣੇ, ਉਹਨਾਂ ਦੇ ਆਟਾ, ਦਾਲ, ਰਾਸ਼ਨ ਪਾਣੀ ਸਿੰਘਾਂ ਨੇ ਚੁੱਕ ਲਿਆਣਾ। ਤੇ ਕਈ ਵਾਰੀ ਉਹਨਾਂ ਦੇ ਮੋਰਚੇ ਤੇਗਾਂ ਚਲਾ ਕੇ ਸੁੱਤੇ ਪਏ ਹਜ਼ਾਰਾਂ ਹੀ ਸਿਪਾਹੀ ਝਟਕਾ ਦੇਣੇ।
ਇਸ ਕਰਕੇ ਤੁਰਕ ਬੜੇ ਤੰਗ ਆਏ ਪਏ ਸੀ। ਸਿੰਘਾਂ ਨੇ ਉਹਨਾਂ ਨੂੰ ਸੌਣ ਨਹੀਂ ਦਿੱਤਾ, ਆਰਾਮ ਨਾਲ ਟਿਕਣ ਨਹੀਂ ਦਿੱਤਾ, ਵੀ ਸਾਨੂੰ ਨਹੀਂ ਜੀਣ ਦਿੰਦੇ, ਅਸੀਂ ਇਹਨਾਂ ਨੂੰ ਨਹੀਂ ਜੀਣ ਦੇਣਾ। ਲੜਾਈ ਵਿੱਚ ਸਾਧ ਸੰਗਤ ਦੀ ਕੋਈ ਲਿਹਾਜ਼ ਨਹੀਂ ਹੁੰਦਾ। ਦੁਸ਼ਮਣ ਜਿਹੜਾ ਬਣ ਕੇ ਆ ਗਿਆ ਉਹ ਮਿੱਤਰ ਥੋੜਾ, ਉਹਦਾ ਕੋਈ ਲਿਹਾਜ਼ ਕਰਨਾ। ਉਹ ਸਿੰਘ ਇੱਦਾਂ ਉਹਨਾਂ ਨੂੰ ਤੰਗ ਕਰਦੇ ਸੀ, ਉਹ ਵੀ ਤੰਗ ਆਏ ਸੀ। ਸੋ ਕਹਿੰਦੇ ਵੀ ਹੁਣ ਚੰਗਾ ਹੋ ਗਿਆ, ਜੇ ਗੁਰੂ ਗੋਬਿੰਦ ਸਿੰਘ ਚਲਾ ਜਾਏਗਾ ਤੇ ਸਾਡਾ ਰਾਹ ਸਾਫ਼ ਹੋ ਜਾਏਗਾ, ਅਸੀਂ ਬਾਦਸ਼ਾਹ ਨੂੰ ਕਹਿਣ ਜੋਗੇ ਹੋਵਾਂਗੇ ਵੀ ਅਸੀਂ ਮੋਰਚਾ ਫਤਿਹ ਕਰ ਲਿਆ। ਹੁਣ ਇਸ ਕਰਕੇ ਉਹ ਗੁਰੂ ਜੀ ਨਾਲ ਲੜਾਈ ਦਾ ਰਾਹ ਛੱਡ ਕੇ ਤੇ ਸੁਲ੍ਹਾ ਸਫਾਈ ਵਾਲੇ ਪਾਸੇ ਆਏ ਹੋਏ ਆ। ਹਾਂਜੀ। ਗਿਰਪਤ ਸਾਥ ਕਹਿਤ ਬਿਦ ਭਇਓ। ਪੰਮਾ ਪਰੋਤ ਉਸੇ ਵੇਲੇ ਗਿਆ ਤੇ ਜਾ ਕੇ ਰਾਜੇ ਭੀਮ ਚੰਦ ਨੂੰ ਤੇ ਬਾਕੀ ਰਾਜਿਆਂ ਨੂੰ ਉਸਨੇ ਸੂਬੇ ਸਰਹੰਦ ਦੇ ਵਜ਼ੀਰ ਖਾਨ ਨੂੰ, ਸੂਬੇ ਜ਼ਬਰਦਸਤ ਖਾਨ ਲਾਹੌਰ ਵਾਲੇ ਨੂੰ ਇਹ ਖੁਸ਼ਖਬਰੀ ਦਿੱਤੀ ਕਿ ਖਾਨ ਸਾਹਿਬ ਜੀ ਵਧਾਈ ਹੋਵੇ, ਗੁਰੂ ਗੋਬਿੰਦ ਸਿੰਘ ਮੰਨ ਗਿਆ ਕਿ ਅਸੀਂ ਕਿਲ੍ਹਾ ਛੱਡ ਦਿਆਂਗੇ। ਪਰ ਉਹ ਕਹਿੰਦਾ ਹੈ ਵੀ ਮੈਂ ਆਪਣਾ ਖਜ਼ਾਨਾ ਕੱਢਣਾ, ਮੇਰੇ ਕੋਲ ਜਿਹੜਾ ਪ੍ਰੋਪਰਟੀ ਹੈ, ਜਾਇਦਾਦ, ਧਨ ਦੌਲਤ ਹੈ ਮੇਰੀ, ਉਹ ਪਹਿਲਾਂ ਮੈਂ ਆਪਣੀ ਜਿਹੜੀ ਹੈ ਮਾਇਆ ਉਹ ਕੱਢਣੀ ਹੈ, ਸੋਨਾ ਚਾਂਦੀ, ਤੇ ਫਿਰ ਮੈਂ ਬਾਹਰ ਨਿਕਲਾਂਗਾ। ਹਾਂਜੀ। ਸੁਣ ਕੇ ਹਰਖੇ ਸਭ ਹੀ ਮਾਨੀ। ਸੁਣ ਕੇ ਸਾਰੇ ਖੁਸ਼ ਹੋਏ, ਲਓ ਵੀ ਗੱਲ ਬਣ ਗਈ, ਚਾਹ ਚੜ ਗਿਆ ਤੁਰਕਾਂ ਨੂੰ ਵੀ ਤੇ ਪਹਾੜੀ ਰਾਜਿਆਂ ਨੂੰ। ਚੰਗਾ ਹੋ ਗਿਆ, ਜੇ ਗੁਰੂ ਮੰਨ ਗਿਆ ਨਾ ਤੇ ਹੁਣ ਆਪਣਾ ਲੜਾਈ ਸਮਝੋ ਟਲ ਗਈ। ਹਾਂਜੀ। ਉਮਰਾਵਨ ਪੀ ਨੀਕੇ ਜਾਨੀ। ਸਾਰੇ ਅਫਸਰਾਂ ਨੇ ਆਖਿਆ ਵੀ ਸ਼ੁਕਰ ਹੈ, ਅੱਲਾ ਦਾ ਸ਼ੁਕਰ ਹੈ, ਕਹਿੰਦੇ ਇਹ ਗੁਰੂ ਗੋਬਿੰਦ ਸਿੰਘ ਮੰਨਿਆ ਤਾਂ ਹੈ ਨਾ ਇੰਨੀ ਗੱਲ ਨਿਕਲਣ ਵਾਸਤੇ ਬਾਹਰ। ਨਿਤ ਕੋ ਰਣ ਮੁਹਿੰਮ ਮਿਟ ਜਾਏ। ਰੋਜ਼ ਦੀ ਲੜਾਈ, ਰੋਜ਼ ਦੀ ਕਲਾ, ਰੋਜ਼ ਦੇ ਖੂਨ ਖਰਾਬੇ ਤੋਂ ਬਚਾਂਗੇ। ਸਿੰਘ ਆਉਂਦੇ ਨੇ ਰਾਤ ਨੂੰ ਸੁੱਤੇ ਪਿਆ ਨੂੰ ਮਾਰ ਕੇ ਚਲੇ ਜਾਂਦੇ ਨੇ, ਕਦੀ ਦਿਨੇ ਪੈ ਜਾਂਦੇ ਨੇ, ਕਦੀ ਗੋਲੀ ਚੱਲਦੀ ਹੈ, ਕਦੀ ਤੋਪਾਂ ਚੱਲਦੀਆਂ ਨੇ, ਕਦੀ ਤੀਰ ਚੱਲਦੇ ਨੇ, ਤੇ ਅੰਦਰੋਂ ਅਸੀਂ ਦੇਖਦੇ ਹਾਂ ਵੀ ਸਿੰਘ ਸਾਡਾ ਲਿਹਾਜ਼ ਨਹੀਂ ਕਰਦੇ। ਨਾਲੇ ਤਾਂ ਬੰਦੇ ਮਰਦੇ ਨੇ, ਨਾਲੇ ਉੱਤੋਂ ਔਰੰਗਜ਼ੇਬ ਦੀਆਂ ਤਾੜਨਾ ਆਉਂਦੀਆਂ ਵੀ ਤੁਸੀਂ ਕਰਦੇ ਕੀ ਪਏ ਹੋ, ਇੰਨਾ ਚਿਰ ਹੋ ਗਿਆ ਗੁਰੂ ਗੋਬਿੰਦ ਸਿੰਘ ਨੂੰ ਫੜ ਕੇ ਕਿਉਂ ਨਹੀਂ ਲਿਆਉਂਦੇ। ਤੇ ਬੜੀ ਸਮੱਸਿਆ, ਦੋਵੇਂ ਪਾਸਿਆਂ ਤੋਂ ਫਸੇ ਹੋਏ ਉਮਰਾਵ। ਹਾਂਜੀ। ਆਪੋ ਆਪਣੇ ਸਦਨ ਸਦਾਏ। ਸੋ ਕਹਿੰਦੇ ਹੁਣ ਆਪਣੇ ਆਪਣੇ ਘਰਾਂ ਨੂੰ ਜਾਵਾਂਗੇ, ਲੜਾਈ ਟਲ ਜਾਏਗੀ, ਅਸੀਂ ਆਪਣੇ ਬੱਚਿਆਂ ਨੂੰ ਮਿਲਾਂਗੇ ਜਾ ਕੇ। ਲਸ਼ਕਰ ਬਿਖੈ ਪ੍ਰਭਖ ਬਨ ਜਾਰੇ। ਉਸ ਵੇਲੇ ਹੀ ਰਾਜੇ ਭੀਮ ਚੰਦ ਨੇ ਔਰ ਵਜ਼ੀਰ ਖਾਨ ਸਰਹੰਦ ਦੇ ਸੂਬੇ ਨੇ, ਜ਼ਬਰਦਸਤ ਖਾਨ ਨੇ ਮੀਟਿੰਗ ਸੱਦੀ ਤੇ ਫਟਾਫਟ ਬੰਦੋਬਸਤ ਕੀਤਾ ਵੀ ਜਿੰਨੇ ਵੀ ਵਣਜਾਰੇ, ਇੱਕ ਨਾ ਵਣਜਾਰਿਆਂ ਦੀ ਬਰਾਦਰੀ ਹੁੰਦੀ ਹੈ, ਜਿਵੇਂ ਭਾਈ ਲੱਖੀ ਸ਼ਾਹ ਵਣਜਾਰਾ ਹੋਏ, ਉਹ ਕੀ ਕਰਦੇ, ਉਹ ਜਿਵੇਂ ਅੱਜ ਕੱਲ੍ਹ ਟਰੱਕਾਂ ਵਾਲਿਆਂ ਨੇ ਯੂਨੀਅਨ ਬਣਾਈ ਹੁੰਦੀ ਹੈ ਨਾ, ਗੁਡਸ ਕੈਰੀਅਰ ਵਗੈਰਾ ਉਹ ਬਣਾਏ ਹੁੰਦੇ, ਉਹਦੇ 'ਚੋਂ ਸਮਾਨ ਢੋਣ ਵਾਸਤੇ ਅੱਜ ਕੱਲ੍ਹ ਸਿਸਟਮ ਚੱਲਦਾ। ਪਹਿਲਾਂ ਵਣਜਾਰਿਆਂ ਦੀ ਬਰਾਦਰੀ ਇਹ ਕੰਮ ਕਰਦੀ ਸੀਗੀ। ਉਹਨਾਂ ਨੇ 5,000 10,000 ਬਲਦ ਰੱਖੇ ਹੁੰਦੇ ਸੀ, ਗੱਡੇ ਰੱਖੇ ਹੁੰਦੇ ਸੀ। ਜੇ ਕੋਈ ਵੱਡਾ ਸੇਠ ਕਹਿੰਦਾ ਸੀ ਮੇਰਾ ਸਮਾਨ ਪਹੁੰਚਾਉਣਾ ਕਿਤੇ, ਤੇ ਉਹ ਗੱਡਿਆਂ 'ਤੇ ਲੱਦ ਕੇ ਪਹੁੰਚਾ ਦਿੰਦੇ ਸੀ, ਭਾਵੇਂ 1000 ਮੀਲ 'ਤੇ ਜਾਣਾ ਹੋਵੇ, ਭਾਵੇਂ ਜਿੰਨਾ ਵੀ ਦੂਰ ਜਾਣਾ, ਉਹ ਕੰਮ ਕਰਦੇ ਸੀ। ਇੱਧਰੋਂ ਉੱਧਰ ਮਾਲ ਢੋਣ ਦਾ ਕੰਮ ਵਣਜਾਰੇ ਕਰਦੇ ਸੀ। ਉਹ ਬਲਦਾਂ ਦੇ, ਬੈਲਾਂ ਦੇ ਤੇ ਗੱਡਿਆਂ ਦੇ ਜਿਹੜੇ ਵਣਜਾਰੇ ਸੀਗੇ, ਉਹਨਾਂ ਨੂੰ ਕਿਹਾ, ਬੁਲਾਇਆ ਵਜ਼ੀਰ ਖਾਨ ਨੇ, ਭੀਮ ਚੰਦ ਨੇ, ਕਿ ਤੁਸੀਂ ਬਈ ਗੁਰੂ ਗੋਬਿੰਦ ਸਿੰਘ ਦਾ ਖਜ਼ਾਨਾ ਕੱਢ ਕੇ ਲਿਆਓ। ਹਾਂਜੀ। ਕਰੇ ਬਟੋਰਨ ਤਤ ਛਿਨ ਸਾਰੇ। ਜਿੰਨੇ ਫੌਜ 10 ਲੱਖ ਫੌਜ ਦੇ ਵਿੱਚ ਕਈ ਹਜ਼ਾਰ ਵਣਜਾਰੇ ਵੀ ਸੀ, ਜਿਹੜੇ ਸਰਕਾਰੀ ਮਾਲ ਲੈ ਕੇ ਨਾਲ ਹੀ ਆਏ ਹੋਏ ਸੀਗੇ। ਉਹਨਾਂ ਦੇ ਕੋਲ ਗੱਡੇ ਸਨ, ਗੱਡਿਆਂ ਦੇ ਅੱਗੇ ਬੈਲ ਸਨ। ਉਹ ਬੈਲ ਗਾੜੀਆਂ ਸਾਰੀਆਂ ਇਕੱਠੀਆਂ ਕੀਤੀਆਂ। ਬ੍ਰਿਖਬ ਗੋਨ ਜੁੱਤ 5,000। 5,000 ਗੱਡਾ ਤਿਆਰ ਕੀਤਾ ਵੀ ਗੁਰੂ ਗੋਬਿੰਦ ਸਿੰਘ ਦਾ ਖਜ਼ਾਨਾ, ਉਹਦਾ ਪਰਿਵਾਰ ਦਾ ਸਮਾਨ ਲੱਦਣਾ ਹੈ। ਭੇਜ ਦੀਏ ਸਤਿਗੁਰ ਦਰਬਾਰ। ਇਹ 5,000 ਗੱਡੇ ਵਣਜਾਰੇ ਲੈ ਕੇ ਅੰਦਰ ਸ੍ਰੀ ਅਨੰਦਪੁਰ ਸਾਹਿਬ ਦੇ ਬਣ ਗਏ, 10ਵੇਂ ਪਾਤਸ਼ਾਹ ਦੇ ਚਰਨਾਂ 'ਚ ਹਾਜ਼ਰ ਹੋ ਗਏ। ਆਨ ਥਿਰੇ ਡਿਗ ਪ੍ਰਭੂ ਪੁਨ ਕਹਿਓ। ਜਦੋਂ ਇਹ ਸਾਰੇ ਵਣਜਾਰੇ ਆ ਕੇ ਖਲੋ ਗਏ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹਨਾਂ ਨੂੰ ਆਖਿਆ, ਧਰਮ ਇਮਾਨ ਦੋਹਨ ਜਿਮ ਲਹਿਓ। ਦੇਖੋ ਵੀ ਵਣਜਾਰਿਓ, ਤੁਸੀਂ ਆਪਣੇ ਧਰਮ ਇਮਾਨ ਤੇ ਪੱਕੇ ਰਹਿਣਾ, ਅਸੀਂ ਆਪਣੇ ਤੇ ਰਹਿਣਾ। ਇਮਾਨ, ਧਰਮ ਇਮਾਨ ਵੇਖਿਆ ਹੈ ਤੁਸੀਂ ਬਈ, ਤੁਹਾਡੀ
ਡਿਊਟੀ ਹੈ ਮਾਲ ਢੋਣ ਦੀ, ਤੇ ਅਸੀਂ ਆਪਣਾ ਮਾਲ ਤੁਹਾਡੇ ਗੱਡਿਆਂ ਤੇ ਲੱਦ ਰਹੇ ਹਾਂ। ਸੋ ਕਰ ਕੇ ਹਮਰੇ ਡਿਗ ਆਨੋ। ਜਾਓ ਆਪਣੀ ਆਪਣੀ ਧਰਮੀ ਮਾਨ ਦੀ ਸਹੁੰ ਲਿਖ ਕੇ ਇਹਨਾਂ ਨੂੰ ਕਹਿ ਦਿਓ, ਆਪਣੇ ਜਿਹੜੇ ਅਫਸਰ ਨੇ ਤੁਹਾਡੇ, ਰਾਜੇ ਔਰੰਗਜ਼ੇਬ ਦੇ ਹਨ ਜਾਂ ਭੀਮ ਚੰਦ ਦੇ ਹਨ ਜਾਂ ਵਜ਼ੀਰ ਖਾਂ, ਉਹ ਸਾਰੇ ਲਿਖ ਕੇ ਦਿਓ ਵੀ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਆਪਣੇ ਆਪਣੇ ਧਰਮ ਦੀ ਕਸਮ ਹੈ, ਅਸੀਂ ਤੁਹਾਡਾ ਰਾਹ ਨਹੀਂ ਰੋਕਾਂਗੇ। ਤੋ ਹਮ ਜਾਣੈ ਸਾਚ ਬਖਾਨੋ। ਬਾਰੇ ਕਹਿੰਦੇ ਸਾਨੂੰ ਲਿਖ ਕੇ ਦਿਓਗੇ ਨਾ ਪੱਕਾ ਕਾਗਜ਼ ਦੇ ਉੱਤੇ, ਤਾਂ ਅਸੀਂ ਮੰਨਾਂਗੇ ਵੀ ਸੱਚ ਕਹਿੰਦੇ ਹੋ। ਤੁਸੀਂ ਲਿਖ ਕੇ ਨਾ ਦਿੱਤਾ ਤੇ ਸਾਡੇ ਖਜ਼ਾਨੇ ਦਾ ਕੋਈ ਨੁਕਸਾਨ ਹੋ ਗਿਆ ਤੇ ਫੇਰ ਕੌਣ ਜ਼ਿੰਮੇਵਾਰ ਹੋਵੇਗਾ? ਇਸ ਕਰਕੇ ਸਾਨੂੰ ਲਿਖਤੀ ਰੂਪ ਦੇ ਵਿੱਚ ਇਹ ਸਾਡੇ ਨਾਲ ਤੁਸੀਂ ਪ੍ਰਮਾਣ ਕਰੋ ਬਈ ਅਸੀਂ ਤੁਹਾਡਾ ਕੋਈ ਨੁਕਸਾਨ ਨਹੀਂ ਹੋਣ ਦਿਆਂਗੇ। ਪੁਨ ਪੰਮਾ ਪਹੁੰਚਿਓ ਸਭ ਪਾਸ। ਪੰਮਾ ਫਿਰ ਦੁਬਾਰਾ ਗਿਆ, ਫਿਰ ਜਾ ਕੇ ਵਜ਼ੀਰ ਖਾਨ ਨੂੰ, ਭੀਮ ਚੰਦ ਨੂੰ ਤੇ ਜ਼ਬਰਦਸਤ ਖਾਂ ਜਿਹੜੇ ਵੱਡੇ ਅਫਸਰ ਸੀਗੇ, ਸੂਬੇ ਸੀ, ਜ਼ਬਰਦਸਤ ਲਾਹੌਰ ਦਾ ਸੂਬੇਦਾਰ ਸੀਗਾ ਤੇ ਵਜ਼ੀਰ ਖਾਨ ਸਰਹੰਦ ਦਾ ਸੂਬੇਦਾਰ ਸੀਗਾ। ਇਸੇ ਤਰ੍ਹਾਂ ਹੋਰ ਬੜੇ ਬੜੇ ਵੱਡੇ ਜਰਨਲ ਸਨ, ਅਫਸਰ ਫੌਜ ਦੇ, ਤੇ ਭੀਮ ਚੰਦ ਤੇ ਬਾਕੀ 22 ਧਾਰ ਦੇ ਰਾਜੇ, ਸਾਰਿਆਂ ਨੂੰ ਗੁਰੂ ਜੀ ਦਾ ਸੁਨੇਹਾ ਦਿੱਤਾ ਹੈ ਵੀ ਗੁਰੂ ਗੋਬਿੰਦ ਸਿੰਘ ਜੀ ਫੇਰ ਅੜ ਗਏ ਨੇ। ਉਹ ਕਹਿੰਦੇ ਨੇ ਵੀ ਸਾਨੂੰ ਲਿਖ ਕੇ ਕਾਗਜ਼ ਦਿਓ, ਫਿਰ ਅਸੀਂ ਮਾਲ ਲੱਦਾਂਗੇ, ਐਵੇਂ ਨਹੀਂ ਅਸੀਂ ਗੱਡਿਆਂ ਤੇ ਮਾਲ ਲੱਦਣਾ। ਹਾਂਜੀ, ਕਹਿਓ ਗੁਰੂ ਕੋ ਕੀਨ ਪ੍ਰਕਾਸ਼। ਗੁਰੂ ਜੀ ਦੇ ਕਹੇ ਹੋਏ ਬਚਨ, ਦਸਮ ਪਾਤਸ਼ਾਹ ਜੀ ਮਹਾਰਾਜ ਦੇ ਕਹੇ ਹੋਏ ਬਚਨ ਜਾ ਕੇ ਸੂਬੇ ਨੂੰ ਦੱਸੇ ਹਨ, ਪੰਮੇ ਪ੍ਰੋਤ ਨੇ ਰਾਜਿਆਂ ਨੂੰ ਦੱਸੇ ਹਨ। ਧਰਮ ਗਿਰੇ ਸੁਨ ਧਬ ਕਰ ਦੀਨ। ਉਸੇ ਵੇਲੇ ਰਾਜੇ ਕਹਿੰਦੇ ਲਿਆਓ ਇਹ ਕਿਹੜੀ ਗੱਲ ਐ, ਅਸੀਂ ਲਿਖ ਦਿੰਨੇ ਆ। ਭੀਮ ਚੰਦ ਤੇ 22 ਧਾਰ ਦੇ ਰਾਜਿਆਂ ਨੇ, ਵਜ਼ੀਰ ਖਾਨ ਸੂਬੇ ਸਰਹੰਦ ਵਾਲੇ ਨੇ ਤੇ ਜ਼ਬਰਦਸਤ ਖਾਨ ਨੇ ਫਟਾਫਟ ਇੱਕ ਕਾਗਜ਼ ਦੇ ਉੱਤੇ ਆਪਣੇ ਆਪਣੇ ਦਸਖਤ ਕਰ ਦਿੱਤੇ, ਸਾਈਨ ਕਰ ਦਿੱਤੇ ਤੇ ਨਾਲ ਲਿਖ ਦਿੱਤਾ ਵੀ ਸਾਨੂੰ ਆਪਣੇ ਆਪਣੇ ਧਰਮ ਦੀ ਕਸਮ ਹੈ। ਸ਼ਿਵ ਠਾਕਰ ਕੀ ਆਨ ਹੈ ਕੀਨ। ਰਾਜਿਆਂ ਨੇ ਸ਼ਿਵ ਜੀ ਦੀ ਜਾਂ ਠਾਕਰ ਦੀ ਜਾਂ ਹਨੂਮਾਨ ਦੀ ਸਹੁੰ ਪਾਈ, ਗੀਤਾ ਦੀ ਕਸਮ ਪਾਈ, ਗਊ ਦੀ ਕਸਮ ਪਾਈ। ਤੁਰਕਨ ਕਰਿਓ ਇਮਾਨ ਬਿਠਾਵਾ। ਤੇ ਮੁਸਲਮਾਨਾਂ ਨੇ ਕੁਰਾਨ ਦੀ ਕਸਮ ਪਾਈ, ਆਪਣੇ ਆਪਣੇ ਧਰਮ ਦੀ ਸਾਰਿਆਂ ਨੇ ਕਸਮ ਲਿਖ ਦਿੱਤੀ। ਵਿਸ਼ਵਾਸ ਦਿਵਾਇਆ ਗੁਰੂ ਜੀ ਨੂੰ ਵੀ ਗੁਰੂ ਜੀ ਤੁਸੀਂ ਫਿਕਰ ਹੀ ਨਾ ਕਰੋ, ਬਿਲਕੁਲ ਚਿੰਤਾ ਨਾ ਕਰੋ, ਜਿੱਧਰ ਮਰਜ਼ੀ ਛੱਡ ਕੇ ਅਨੰਦਪੁਰ ਦਾ ਕਿਲਾ ਚਲੇ ਜਾਓ, ਅਸੀਂ ਤੁਹਾਡਾ ਰਾਹ ਨਹੀਂ ਰੋਕਾਂਗੇ। ਜਿਵੇਂ ਪ੍ਰਭ ਕਹਿਓ ਤਥਾ ਮੰਗਾਵਾ। ਜਿਵੇਂ ਮਹਾਰਾਜ ਨੇ ਕਿਹਾ ਸੀ ਬਿੱਦਾਂ ਲਿਖ ਕੇ ਦੇਣਾ, ਉਹਨਾਂ ਨੇ ਉਦਾਂ ਹੀ ਲਿਖ ਕੇ ਦਿੱਤਾ ਹੈ। ਸਤਿਗੁਰ ਕੋ ਛਪ ਕੋ ਬੁਲਵਾਦੋ। ਇਧਰੋਂ ਮਹਾਰਾਜ 10ਵੇਂ ਪਾਤਸ਼ਾਹ ਜੀ ਨੇ ਆਪਣੇ ਖਜ਼ਾਨਚੀ ਨੂੰ ਬੁਲਾਇਆ। ਪ੍ਰਥਮ ਸਭਿੰਨ ਤੇ ਕਰ ਸਮਝਾਇਓ। ਉਹਨੂੰ ਵੱਖਰਾ ਕਰਕੇ ਉਹਨਾਂ ਦੇ ਕੰਨ ਵਿੱਚ ਗੱਲ ਸਮਝਾਈ ਖਜ਼ਾਨਚੀ ਦੇ। ਗੁਪਤ ਮਹਾਰਾਜ 10ਵੇਂ ਪਾਤਸ਼ਾਹ ਰਾਜਨੀਤੀ ਦੇ ਬੜੇ ਮਾਹਰ ਸਨ, ਉਹਨਾਂ ਤੋਂ ਵੱਡਾ ਕਿਹੜਾ ਰਾਜਨੀਤਿਕ ਹੋਵੇਗਾ। ਮਹਾਰਾਜ ਪਾਤਸ਼ਾਹ ਨੇ ਖਜ਼ਾਨਚੀ ਨੂੰ ਹੀ ਬੁਲਾਇਆ ਤਾਂ ਕਿ ਇਹਨਾਂ ਨੂੰ ਸ਼ੱਕ ਨਾ ਹੋਵੇ ਵੀ ਗੁਰੂ ਕੋਈ ਸਾਡੇ ਨਾਲ ਕੋਈ ਚਾਲ ਚੱਲ ਰਿਹਾ ਹੈ। ਖਜ਼ਾਨਚੀ ਦੇ ਕੰਨ ਵਿੱਚ ਪਹਿਲਾਂ ਹੀ ਮਹਾਰਾਜ ਨੇ ਗੱਲ ਸਮਝਾਈ ਹੋਈ ਸੀ ਇਸ਼ਾਰਾ ਕਰਕੇ। ਟੂਟੀ ਪਨਹੀ ਜੀਨ ਪੁਰਾਣੇ। ਮਹਾਰਾਜ ਨੇ ਖਜ਼ਾਨਚੀ ਨੂੰ ਹੌਲੇ ਜੀ ਕਹਿਤਾ ਵੀ ਟੁੱਟੀਆਂ ਜੁੱਤੀਆਂ ਤੇ ਘੋੜਿਆਂ ਦੀਆਂ ਟੁੱਟੀਆਂ ਹੋਈਆਂ ਕਾਠੀਆਂ, ਪਾਟੇ ਪੁਰਾਣੇ ਕੱਪੜੇ, ਘੋੜਿਆਂ ਦੀ ਲਿੱਦ, ਮਰੇ ਹੋਏ ਡੰਗਰਾਂ ਦੇ ਹੱਡ, ਪੱਥਰ, ਜਿੰਨਾ ਗੰਦਮੰਦ ਆਨੰਦਪੁਰ ਸਾਹਿਬ ਦਾ ਨਾ ਇਕੱਠਾ ਕਰਕੇ ਤੇ ਵਧੀਆ ਵਧੀਆ ਕੱਪੜਿਆਂ 'ਚ ਬੰਨਣਾ ਹੈ, ਉੱਤੇ ਉਹਦੇ ਵਧੀਆ ਵਧੀਆ ਪੁਸ਼ਾਕੇ ਪਾ ਦੇਣੇ ਹਨ। ਬੁਰਦ ਪੋਸ਼ ਹੈ ਜਿਤਕ ਮਹਾਨੇ। ਜਿਹੜੇ ਘੋੜਿਆਂ ਦੇ ਉੱਤੇ ਪਾਉਣ ਵਾਲੀਆਂ ਪੁਰਾਣੀਆਂ ਝੁੱਲਾਂ, ਯਾਨੀ ਆੜ ਕਬਾੜ, ਜਿੰਨਾ ਵੀ ਵੇਸਟ ਸਮਾਨ ਹੈ ਨਾ ਆਨੰਦਪੁਰ ਸਾਹਿਬ ਦੀ, ਉਹ ਸਾਰੀ ਜਿੰਨਾ ਵੀ ਟੁੱਟਾ ਭੱਜਾ ਸਮਾਨ, ਉਹ ਬਈ ਵਧੀਆ ਕੱਪੜਿਆਂ ਦੇ ਵਿੱਚ, ਸੋਹਣਿਆਂ ਕੱਪੜਿਆਂ 'ਚ ਬੰਨੋ ਤਾਂ ਕਿ ਕਿਸੇ ਨੂੰ ਇਹ ਨਾ ਪਤਾ ਲੱਗੇ ਵੀ ਇਹ ਕਬਾੜ ਹੈ। ਟੁੱਟੀਆਂ ਜੁੱਤੀਆਂ ਸਾਰੀਆਂ ਇਕੱਠੀਆਂ ਕਰ ਲਓ, ਟੁੱਟੀਆਂ ਘੋੜਿਆਂ ਦੀਆਂ ਕਾਠੀਆਂ ਇਕੱਠੀਆਂ ਕਰ ਲਓ, ਮਰੇ ਹੋਏ ਡੰਗਰਾਂ ਦੇ ਹੱਡ ਵੀ ਵਿੱਚ ਪਾ ਲਓ ਤੇ ਘੋੜਿਆਂ ਦੀ ਲਿੱਦ ਬੜੀ ਹੈ, ਉਹ ਚੁੱਕ ਲਓ, ਮਿੱਟੀ ਪੱਥਰ ਕੰਕਰ ਜੋ ਬਣਦਾ, ਯਾਨੀ 5000 ਗੱਡਾ ਤੇ ਆਪਾਂ ਖਾਲੀ ਕੋਈ ਨਹੀਂ ਰਹਿਣ ਦੇਣਾ, ਸਾਰੇ ਭਰ ਦੇਣੇ। ਮਹਾਰਾਜ ਜੀ ਨੇ ਖਜ਼ਾਨਚੀ ਨੂੰ ਪਹਿਲਾਂ ਹੀ ਸਮਝਾ ਛੱਡਿਆ ਸੀ। ਹਾਂਜੀ, ਮਰੇ ਤੁਰਗਮ ਧਰਮ ਅਨੇਕ। ਮਰੇ ਹੋਏ ਘੋੜਿਆਂ ਦੇ ਹੱਡ
ਮਰੇ ਹੋਏ ਡੰਗਰਾਂ ਮੱਝਾਂ ਗਾਵਾਂ ਦੇ ਸਿੰਘ, ਕੋਈ ਕੁੱਤਿਆਂ ਬਿੱਲਿਆਂ ਦਾ ਜੋ ਕੁਝ ਵੀ ਮਿਲਦਾ ਇਹਨਾਂ ਦਾ ਗੰਦ ਮੰਦ ਸਭ ਬੰਨ੍ਹ ਦਿਓ ਇੱਕ ਵਾਰੀ। ਹਾਂਜੀ। ਸੰਚ ਵਾਏ ਕਰ ਹਾੜ ਜਤੇਕ, ਹੱਡ ਸਾਰਿਆਂ ਡੰਗਰਾਂ ਦੇ ਇਕੱਠੇ ਕਰਕੇ। ਸੰਚ ਠੀਕਰੀ ਬਾਸਨ ਫੂਟੇ, ਆ ਮਿੱਟੀ ਦੇ ਟੁੱਟੇ ਹੋਏ ਘੜੇ, ਮਿੱਟੀ ਦੇ ਭਾਂਡੇ ਟੁੱਟੇ ਹੋਏ, ਜੀਰਨ ਬਸਤਰ ਸਾਜ ਸਭ ਟੂਟੇ, ਜਿਹੜੇ ਬਿਲਕੁਲ ਬੇਕਾਰ ਪੁਰਾਣੇ ਕੱਪੜੇ ਨੇ, ਗੰਦੇ ਕੱਪੜੇ ਨੇ, ਕੰਮ ਨਹੀਂ ਆਉਣ ਵਾਲੇ। ਸਕਲ ਰੋਣ ਭਰ ਕੀਜਹਿ ਤਿਆਰੀ, ਉਹਨਾਂ ਦੀਆਂ ਗੰਢਾਂ ਬੰਨ ਕੇ, ਪੰਡਾਂ ਬੰਨ ਕੇ, ਗੋਣਾ ਬੰਨ ਕੇ ਤੇ ਤਿਆਰੀ ਕਰ ਰੱਖੋ। ਨਿਸਾ ਪਰ ਹੈ ਦਿਹੋ ਬਿਹਰ ਨਿਕਾਰੀ, ਤੇ ਰਾਤ ਨੂੰ ਲੱਦਣੇ ਸ਼ਾਮ ਵੇਲੇ, ਤਾਂ ਕਿ ਤੁਰਕਾਂ ਨੂੰ ਇਹ ਪਤਾ ਲੱਗੇ ਵੀ ਗੁਰੂ ਰਾਤੋਂ ਰਾਤ ਨਿਕਲ ਗਿਆ। ਵਿਸ਼ਵਾਸ ਵੀ ਦਿਵਾਣਾ ਵੀ ਗੁਰੂ ਗੋਬਿੰਦ ਸਿੰਘ ਸੱਚੀ ਮੁੱਚੀ ਜਾ ਰਿਹਾ। ਤੇ ਰਾਤ ਨੂੰ ਆਪਾਂ ਇਹ ਮਾਲ ਗੱਡਿਆਂ ਤੇ ਲੱਦ ਕੇ ਕੱਢਣਾ ਹੈ। ਕੋਟਵਾਲ ਕੀਨੋ ਤਿਮ ਕਾਜੂ, ਮਹਾਰਾਜ ਜੀ ਦੀ ਫੌਜ ਜਿਹੜੇ ਵਿੱਚ ਬੜੇ ਬੜੇ ਸਿੰਘ ਤਿਆਰ ਬਰ ਤਿਆਰ, ਉਹਨਾਂ ਨੇ ਫਟਾਫਟ ਇਸ਼ਾਰੇ ਨਾਲ ਖਜ਼ਾਨਚੀ ਦੇ ਪਹਿਰੇ ਵਿੱਚ ਸਾਰੀ ਤਿਆਰੀ ਕਰ ਲਈ। ਸਿੰਘਾਂ ਨੇ ਕਿਸੇ ਨੇ ਘੋੜਿਆਂ ਦੀ ਲਿੱਦ ਲਿਆ ਕੇ ਬੰਨ੍ਹ ਛੱਡੀ ਪੰਡਾਂ ਵਿੱਚ, ਕਿਸੇ ਨੇ ਘੋੜਿਆਂ ਦੇ ਹੱਡ ਬੰਨ੍ਹ ਛੱਡੇ ਮਰੇ ਹੋਇਆਂ ਦੇ, ਕਿਸੇ ਨੇ ਟੁੱਟੀਆਂ ਜੁੱਤੀਆਂ ਲਿਆ ਕੇ ਬੰਨ੍ਹ ਛੱਡੀਆਂ, ਕਿਸੇ ਦੇ ਪੱਥਰ ਕੰਕਰ ਜੋ ਮਿਲਿਆ ਆੜ ਕਵਾੜ ਸਭ ਗੱਡਿਆਂ ਦੇ ਲੱਦਣ ਲਈ ਤਿਆਰ ਕਰ ਛੱਡਿਆ। ਹਾਂਜੀ। ਲਿਓ ਸਕੇਲ ਪ੍ਰਾਨ ਸਮਾਜੂ, ਪੁਰਾਣਾ ਸਮਾਨ ਸਿੰਘਾਂ ਨੇ ਇਕੱਠਾ ਕਰ ਲਿਆ, ਸਾਰਾ ਟੁੱਟਾ ਭੱਜਾ ਆਨੰਦਪੁਰ ਦਾ ਕਵਾੜ ਜਿੰਨਾ ਸੀਗਾ ਨਾ ਗੰਦਮੰਦ, ਉਹ ਇੱਕੋ ਵਾਰੀ ਮਹਾਰਾਜ ਨੇ ਤਿਆਰ ਕਰ ਲਿਆ। ਹਾਂਜੀ। ਬ੍ਰਿੰਦ ਚੜਾਲ ਹਮਾਰਨ ਪ੍ਰੇਰੇ, ਬ੍ਰਿੰਦ ਚੰਡਾਲ ਚਮਾਰਨ ਪ੍ਰੇਰੇ, ਜਿਹੜੇ ਚੰਡਾਲ ਜਾਂ ਚਮਿਆਰ ਡੰਗਰਾਂ ਦਾ ਕੰਮ ਕਰਦੇ, ਉਹਨਾਂ ਸਾਰਿਆਂ ਨੂੰ ਕਹਿਤਾ ਵੀ ਤੁਸੀਂ ਹੱਡਾ ਰੋੜੀ ਤੋਂ ਹੱਡ ਵੀ ਚੁੱਕ ਕੇ ਲੈ ਆਓ ਸਾਰੇ। ਹਾਂਜੀ। ਬਿਸ਼ਟਾ ਅਸਤ ਪਰੰਤ ਕਨੇਰੇ, ਘੋੜਿਆਂ ਦੀ ਲਿੱਦ, ਡੰਗਰਾਂ ਦਾ ਗੋਇਆ, ਜੋ ਕੁਛ ਵੀ ਸੀਗਾ। ਪੁਨ ਘੋਰਨ ਕੀ ਲੀਦ ਭਰਾਈ, ਘੋੜਿਆਂ ਦੀ ਲਿੱਦ ਵੀ ਪਾ ਦਿੱਤੀ, ਕੱਪੜਿਆਂ ਦੇ ਵਿੱਚ ਬੰਨ੍ਹ ਦਿੱਤੀ, ਪੰਡਾਂ ਬੰਨ੍ਹਤੀਆਂ, ਪੋਟਲੀਆਂ ਬੰਨ੍ਹ ਦਿੱਤੀਆਂ। ਸੁੱਕੇ ਗੀਲ ਚਰਮ ਸਮਦਾਈ, ਗਿੱਲੇ ਸੁੱਕੇ ਚਮੜੇ ਵੀ ਡੰਗਰਾਂ ਦੇ ਪਏ ਸੀ, ਉਹ ਵੀ ਬੰਨ੍ਹ ਦਿੱਤੇ। ਜਿਨ ਤੇ ਬਹੁ ਗਿਲਾਨ ਦੁਰਗੰਧਾ, ਇਹੋ ਜਿਹੀਆਂ ਚੀਜ਼ਾਂ ਬੰਨੀਆਂ ਵੀ ਜਿਨ੍ਹਾਂ ਤੋਂ ਬੰਦੇ ਨੂੰ ਦੇਖ ਕੇ ਗਿਲਾਨੀ ਆਵੇ, ਥੁੱਕਣ ਲੱਗ ਜਾਏ ਤੇ ਬੰਦਾ ਅੱਖਾਂ ਤੇ ਮੂੰਹ ਤੇ ਕੱਪੜਾ ਲੈ ਲਵੇ, ਨਾਸਾਂ ਸੜ ਜਾਣਾ। ਇਹੋ ਜਿਹੀਆਂ ਚੀਜ਼ਾਂ ਗੁਰੂ ਸਾਹਿਬ ਜੀ ਨੇ ਤਿਆਰ ਕਰਵਾ ਲਈਆਂ ਤੁਰਕਾਂ ਦੇ ਵਾਸਤੇ। ਐਸੋ ਮਾਸ ਭਾਏ ਬੰਦਾ, ਇਹੋ ਜਿਹਾ ਗਲਿਆ ਸੜਿਆ ਡੰਗਰਾਂ ਦਾ ਮਾਸ ਵੀ ਵਿੱਚੇ ਬੰਨ੍ਹ ਛੱਡਿਆ। ਹਾਂਜੀ। ਜਿਸ ਕੇ ਵਹਿ ਧਰਮ ਹੋਏ ਹਾਨੀ, ਇਹੋ ਜਿਹੀਆਂ ਚੀਜ਼ਾਂ ਵੀ ਜਿਹਨੂੰ ਹੱਥ ਲਾਉਣ ਨਾਲ ਧਰਮ ਹਾਨੀ ਹੋਵੇ। ਜਿਵੇਂ ਹਿੰਦੂਆਂ ਨੂੰ ਗਊ ਦੇ ਮਾਸ ਨੂੰ ਹੱਥ ਲਾਉਣ ਨਾਲ ਬੜੀ ਨਫ਼ਰਤ ਹੁੰਦੀ ਹੈ, ਹਿੰਦੂ ਗਊ ਦੇ ਮਾਸ ਤੋਂ, ਤੇ ਮੁਸਲਮਾਨ ਸੂਰ ਦੇ ਮਾਸ ਤੋਂ ਹੱਥ ਨਹੀਂ ਲਾਉਂਦੇ। ਉਹਨਾਂ ਦੇ ਤਰ੍ਹਾਂ ਦੋਵਾਂ ਤਰ੍ਹਾਂ ਦੇ ਸੂਰ ਵੀ ਵਿੱਚ ਮਰੇ ਹੋਏ ਪਾ ਦਿੱਤੇ ਤੇ ਗਊਆਂ ਵੀ ਪਾ ਦਿੱਤੀਆਂ। ਹਾਂਜੀ। ਐਸੇ ਭਰ ਗੋਨ ਮਹਾਨੀ, ਏਦਾਂ ਜਿਹੜੇ ਮਰੇ ਡੰਗਰ ਹੋਰ ਗੰਦਮੰਦ ਸਮਾਨ, ਜਿਹੜਾ ਜਿਹਨੂੰ ਧਰਮ ਦੀ ਵੀ ਹਾਨੀ ਹੋਵੇ, ਜੇ ਤੂੰ ਬੰਦੇ ਨੂੰ ਉੱਦਾਂ ਗਿਲਾਨੀ ਹੋਵੇ, ਉਹ ਸਾਰਾ ਪੰਡਾਂ ਵਿੱਚ ਬੰਨ੍ਹ ਛੱਡਿਆ ਸਤਿਗੁਰਾਂ ਨੇ। 5000 ਗੋਨ ਭਰਵਾਈ, 5000 ਗੱਡਿਆਂ ਦੇ ਲੱਦਣ ਜੋਗਾ ਸਮਾਨ ਗੁਰੂ ਜੀ ਨੇ ਰਾਤੋਂ ਰਾਤ ਤਿਆਰ ਕਰਵਾ ਲਿਆ, ਦਸਮ ਪਾਤਸ਼ਾਹ ਜੀ ਨੇ। ਬਿਨ ਦੇਖੇ ਤੇ ਸਰਬ ਸਵਾਈ, ਸਾਧ ਸੰਗਤ ਜੀ ਬਿਨਾਂ ਦੇਖੇ ਹੀ ਉਹ ਦੁੱਗਣਾ ਚੌਗਣਾ ਸਤਿਆਰਾ ਕਰ ਲਿਆ। ਹਾਂਜੀ। ਨਿਸਾ ਭਰੀ ਲਗ ਕੀਨਸ ਤਿਆਰੀ, ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ। ਤੋ ਜਿਹੜੇ ਵਣਜਾਰੇ ਸੀ ਉਹਨਾਂ ਨੂੰ ਕਿਹਾ ਵੀ ਤੁਸੀਂ ਚਲੇ ਜਾਓ, ਜਦੋਂ ਰਾਤ ਨੂੰ ਅਸੀਂ ਗੱਡੇ ਲੱਦ ਛੱਡਾਂਗੇ ਤੁਸੀਂ ਆ ਕੇ ਲੈ ਜਾਣਾ। ਉਹਨਾਂ ਨੂੰ ਵੀ ਉੱਥੇ ਰੱਖਿਆ ਵੀ ਤਾਂ ਕਿ ਉਹ ਤੁਰਕਾਂ ਨੂੰ ਕਿਤੇ ਦੱਸ ਨਾ ਦੇਣ ਵੀ ਉਹ ਤਾਂ ਜੀ ਕਬਾੜ ਲੱਦੀ ਜਾਂਦੇ ਆ ਗੱਡਿਆਂ ਤੇ। ਉਹਨਾਂ ਸਾਰਿਆਂ ਨੂੰ ਬਾਹਰ ਕੱਢਤਾ। ਰਾਜਨੀਤੀ ਸੱਚੇ ਪਾਤਸ਼ਾਹ ਪੂਰੀ ਜਾਣਦੇ ਸਨ। ਮਹਾਰਾਜ ਨੇ ਉਹਨਾਂ ਨੂੰ ਪਹਿਲਾਂ ਹੀ ਬਾਹਰ ਕੱਢਤਾ, ਤੁਸੀਂ ਜਾਓ ਬਈ, ਜਦੋਂ ਗੱਡੇ ਭੇਜਾਂਗੇ ਤੁਸੀਂ ਆਪਣੇ ਗੱਡੇ ਲੈ ਲਿਆ ਜੇ, ਸਾਨੂੰ ਗੱਡੇ ਚਲਾਉਣੇ ਆਉਂਦੇ ਹੈਗੇ ਨੇ, ਤੁਸੀਂ ਜਾਓ। ਉਹਨਾਂ ਵਣਜਾਰਿਆਂ ਨੂੰ ਬਾਹਰ ਕੱਢ ਕੇ ਤੇ ਗੁਰੂ ਸਾਹਿਬ ਨੇ ਇਸਦਾ ਸਾਰਾ ਆੜ ਕਬਾੜ ਉਹਨਾਂ ਗੱਡਿਆਂ ਦੇ ਉੱਤੇ ਲਦਵਾ ਦਿੱਤਾ। ਲੱਦ ਹੋ ਆਗਿਆ ਗੁਰੂ ਉਚਾਰੀ, ਸ਼ਾਮ ਹੋਈ ਰਹਿਰਾਸ ਦੇ ਪਾਠ ਤੋਂ ਬਾਅਦ ਮਹਾਰਾਜ ਕਹਿੰਦੇ ਲੱਦੋ ਵੀ ਹੁਣ ਸਮਾਨ ਜਿਹੜਾ ਸਾਡਾ ਖਜ਼ਾਨਾ ਹੈ ਲੱਦ ਦਿਓ ਗੱਡਿਆਂ ਦੇ ਉੱਤੇ। ਵਹਿਰ ਸਭਿੰਨ ਡਿਗ ਲਿਖੇ ਪਠਾਏ, ਤੇ ਬਾਹਰ ਤੁਰਕਾਂ ਨੂੰ ਵੀ ਖਬਰ ਕਰ ਦਿੱਤੀ ਵੀ ਭਾਈ ਸਾਡਾ ਖਜ਼ਾਨਾ ਚੱਲਿਆ ਜੇ ਤੇ ਤੁਸੀਂ ਰਾਖੀ ਰੱਖਣੀ ਹੈ,
ਖਿਆਲ ਰੱਖਿਆ ਜੇ ਸਾਡਾ ਕੋਈ ਨੁਕਸਾਨ ਨਾ ਹੋ ਜੇ, ਕੋਈ ਕਿਸੇ ਤਰ੍ਹਾਂ ਦੀ ਸਾਡੇ ਨਾਲ ਕੋਈ ਰਸਤੇ ਦੇ ਵਿੱਚ ਕੋਈ ਵਾਅਦਾ ਖਿਲਾਫੀ ਨਾ ਕਰ ਦਿਆ ਜੇ। ਸਾਡਾ ਗੁਰੂ ਮਹਾਰਾਜ ਕਹਿੰਦੇ ਖਜ਼ਾਨਾ ਜਾ ਰਿਹਾ ਹੈ। ਹਾਂਜੀ, ਅਬ ਚਾਹਤ ਹਮ ਨਿਕਰ ਸਦਾਏ। ਅਸੀਂ ਚਾਹੁੰਦੇ ਹਾਂ ਵੀ ਹੁਣ ਅਸੀਂ ਆਨੰਦਪੁਰ ਛੱਡ ਕੇ ਚਲੇ ਜਾਈਏ। ਸਾਡਾ ਖਜ਼ਾਨਾ ਤਾਂ ਲੱਦਿਆ ਗਿਆ ਸਮਾਨ, ਅਸੀਂ ਅੱਜ ਰਾਤੀ ਚਲੇ ਜਾਵਾਂਗੇ। ਬਾਈ ਤੁਸੀਂ ਸਾਡੀ ਹਿਫਾਜ਼ਤ ਕਰਨੀ ਹੈ, ਕਿਉਂਕਿ ਪਹਾੜੀ ਰਾਜਿਆਂ ਨੇ ਕਿਹਾ ਸੀ ਜਾਂ ਤੁਰਕਾਂ ਨੇ ਲਿਖ ਕੇ ਦਿੱਤਾ ਸੀ ਵੀ ਗੁਰੂ ਜੀ ਤੁਸੀਂ ਜਦੋਂ ਨਿਕਲ ਕੇ ਜਾਓਗੇ ਅਸੀਂ ਤੁਹਾਡੀ ਹਿਫਾਜ਼ਤ ਨਾਲ ਤੁਹਾਨੂੰ ਦੂਰ ਤੱਕ ਪਹੁੰਚਾਵਾਂਗੇ, ਰਸਤੇ 'ਚ ਤੁਹਾਨੂੰ ਕੋਈ ਤੰਗੀ ਨਹੀਂ ਆਵੇਗੀ, ਅਸੀਂ ਤੁਹਾਡੀ ਮਦਦ ਕਰਾਂਗੇ, ਤੁਹਾਡਾ ਰਾਹ ਖੁੱਲ੍ਹਾ ਹੋਵੇਗਾ, ਜਿੱਧਰ ਤੁਹਾਡਾ ਜੀ ਕਰੇ ਤੁਸੀਂ ਚਲੇ ਜਾਇਆ ਜੇ। ਇੱਦਾਂ ਸਾਧ ਸੰਗਤ ਜੀ ਤੁਰਕ ਜਿਹੜੇ ਉਹਨਾਂ ਨੇ ਲਿਖ ਕੇ ਦਿੱਤਾ ਹੋਇਆ ਸੀਗਾ। ਤੇ ਮਹਾਰਾਜ ਨੇ ਉਹਨਾਂ ਨੂੰ ਫਿਰ ਖਬਰ ਕਰਤੀ ਵੀ ਭਾਈ ਅਸੀਂ ਜਾਣ ਲੱਗੇ ਹਾਂ ਤੇ ਤੁਸੀਂ ਸਾਡੀ ਹਿਫਾਜ਼ਤ ਦਾ ਹੁਣ ਤੁਸੀਂ ਖਿਆਲ ਰੱਖਿਆ ਜੇ, ਸਾਨੂੰ ਬਾਹਰ ਤੱਕ ਦੂਰ ਤੱਕ ਬੜੇ ਆਰਾਮ ਨਾਲ ਛੱਡ ਕੇ ਆਇਆ ਜੇ। ਸੁਧਤ ਹੈ ਪਸਰੀ ਆਪਣੇ ਬਿਰਾਨੇ। ਬਾਹਰ ਖਬਰ ਪਹੁੰਚ ਗਈ ਆਪਣੇ ਬਗਾਨੇ, ਤੁਰਕਾਂ ਦੀ ਜਿੰਨੀ ਫੌਜ, ਪਹਾੜੀਆਂ ਦੀ ਜਿੰਨੀ ਫੌਜ, ਸਭ ਨੂੰ ਪਤਾ ਲੱਗ ਗਿਆ ਕਿ ਅੱਜ ਆਨੰਦਪੁਰ ਵਾਲਾ ਗੁਰੂ ਆਨੰਦਪੁਰ ਦਾ ਕਿਲਾ ਖਾਲੀ ਕਰਕੇ ਜਾ ਰਿਹਾ ਹੈ। ਸ਼ੋਰ ਦੁਰਗ ਪ੍ਰਭ ਚਲੇ ਪਿਆਨੇ। ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਕਲਗੀਧਰ ਜੀ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਨਿਕਲ ਜਾਣਗੇ ਅੱਜ ਰਾਤ ਨੂੰ। ਪ੍ਰਥਮ ਖਜ਼ਾਨਾ ਕਰਹਿ ਨਿਕਾਰਨ। ਇਹ ਵੀ ਤੁਰਕਾਂ ਨੂੰ, ਪਹਾੜੀਆਂ ਨੂੰ ਖਬਰ ਮਿਲ ਗਈ ਕਿ ਪਹਿਲਾਂ ਗੁਰੂ ਜੀ ਆਪਣਾ ਖਜ਼ਾਨਾ ਕੱਢਣਗੇ। ਉਹਨਾਂ ਨੇ ਕਿਹਾ ਵੀ ਅਸੀਂ ਪਹਿਲਾਂ ਆਪਣੀ ਜਿੰਨੀ ਵੀ ਕੀਮਤੀ ਸੰਪਦਾ ਹੈ, ਸੋਨਾ ਚਾਂਦੀ, ਆਪਣੇ ਹੀਰੇ ਮੋਤੀ ਹਨ, ਸਾਡੇ ਕੋਲ ਵਧੀਆ ਵਧੀਆ ਭਾਂਡੇ ਸੋਨੇ ਦੇ, ਅਸੀਂ ਉਹ ਬਾਹਰ ਕੱਢਾਂਗੇ, ਵਧੀਆ ਕੱਪੜੇ ਬਾਹਰ ਕੱਢਾਂਗੇ। ਜੋ ਇਸ ਕਰਕੇ ਪਹਿਲਾਂ ਤਾਂ ਬਈ ਗੁਰੂ ਦਾ ਖਜ਼ਾਨਾ ਜਾਏਗਾ, ਫਿਰ ਗੁਰੂ ਜਾਏਗਾ। ਬਹੁਰ ਗੁਰੂ ਕਰ ਕੂਚ ਪਧਾਰਨ। ਪਤਾ ਲੱਗਾ ਵੀ ਗੁਰੂ ਦਾ ਖਜ਼ਾਨਾ ਅਰਬਾਂ ਖਰਬਾਂ ਦਾ ਹੈ ਤੇ ਗੁਰੂ ਦਾ ਖਜ਼ਾਨਾ 5000 ਗੱਡਿਆਂ ਤੇ ਲੱਦਿਆ ਗਿਆ। ਕਹਿੰਦੇ ਥੋੜਾ ਜਿਹਾ ਨਹੀਂ ਹੈ, ਬਹੁਤ ਜ਼ਿਆਦਾ ਹੈ। ਏਦਾਂ ਗੱਲਾਂ ਕਰਦੇ ਤੁਰਕ। ਅੰਤਰ ਸਭਿੰਨ ਸੁਣੀ ਇਹ ਬਾਤ। ਹਾਂ, ਅੰਦਰ ਸਾਰੇ ਤੁਰਕਾਂ ਨੂੰ ਖਬਰ ਹੋ ਗਈ, ਉਹਨਾਂ ਦੇ ਛਾਉਣੀਆਂ ਵਿੱਚ ਤੁਰਕਾਂ ਦੀਆਂ। ਹਾਂਜੀ, ਲਸ਼ਕਰ ਸਗਰੇ ਮਹਿ ਬਖਿਆਤ। ਸਾਰੀ ਫੌਜ ਵਿੱਚ, ਤੁਰਕਾਂ ਦੇ ਵਿੱਚ, ਪਹਾੜੀ ਰਾਜਿਆਂ ਦੀ ਫੌਜ ਵਿੱਚ ਇਹ ਖਬਰ ਪਹੁੰਚ ਗਈ ਵੀ ਗੁਰੂ ਦਾ ਖਜ਼ਾਨਾ ਬਹੁਤ ਵੱਡਾ ਜਾ ਰਿਹਾ ਜੀ। ਕਹਿੰਦੇ ਕਰੋੜਾਂ ਰੁਪਏ ਦਾ ਖਜ਼ਾਨਾ ਗੁਰੂ ਕੋਲ। ਹਾਂਜੀ, ਗਿਰਪਤ ਰਾਜੇ ਜੇਤਕ ਰਾਣੀ। ਜਿਨੇ 22 ਧਾਰ ਦੇ ਰਾਜੇ ਦੇ ਰਾਣੇ ਮੀਏ ਸਨ। ਔਰ ਹਰਖੇ ਰਣ ਮਿਟਿਓ ਮਹਾਣੀ। ਇੱਕ ਗੱਲ ਤਾਂ ਉਹਨਾਂ ਨੂੰ ਖੁਸ਼ੀ ਇਹ ਸੀ ਕਿ ਚਲੋ ਰੋਜ਼ ਰੋਜ਼ ਦੀ ਕਲਾ ਮਿਟ ਗਈ। ਉਹ ਕਹਿੰਦੇ ਇਸ ਗੁਰੂ ਨੇ 30 ਸਾਲ ਹੋ ਗਏ ਸਾਨੂੰ ਸੌਣ ਨਹੀਂ ਦਿੱਤਾ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਗੁਰੂ ਕਲਗੀਧਰ ਜੀ ਹੋਸ਼ ਸੰਭਾਲੀ, ਜਦੋਂ ਰਣਜੀਤ ਨਗਾਰਾ ਵਜਾ ਕੇ ਉਹਨਾਂ ਦੇ ਇਲਾਕੇ ਸ਼ਿਕਾਰ ਖੇਡਣ ਜਾਂਦੇ ਪਹਾੜੀ ਰਾਜਿਆਂ ਦੇ, ਤੇ ਸਿੰਘ ਜਾ ਕੇ ਨਾਲੇ ਉਹਨਾਂ ਦੇ ਇਲਾਕੇ ਸ਼ਿਕਾਰ ਮਾਰ ਕੇ ਲਿਆਉਂਦੇ, ਨਾਲੇ ਉਹਨਾਂ ਦਾ ਘਾਹ ਪੱਠਾ ਲੈ ਆਉਂਦੇ ਵੱਢ ਕੇ, ਨਾਲੇ ਉੱਥੋਂ ਬਾਲਣ ਵੱਢ ਕੇ ਲਿਆਉਂਦੇ, ਨਾਲੇ ਪਹਾੜੀਆਂ ਦੇ ਕਿਲਿਆਂ ਦੇ ਆਲੇ ਦੁਆਲੇ ਸਿੰਘਾਂ ਦੇ ਨਗਾਰੇ ਵੱਜਦੇ। ਉਹ ਇਸ ਗੱਲ ਤੋਂ ਤੰਗ ਸਨ ਵੀ ਅਸੀਂ ਰਾਜੇ ਹੋ ਕੇ ਨਗਾਰੇ ਨਹੀਂ ਵਜਾ ਸਕਦੇ, ਇਹ ਤੇ ਫਕੀਰ ਬਹੁਤ ਸਾਡੇ ਸਿਰ ਤੇ ਚੜਿਆ ਹੋਇਆ। ਤੇ ਖਾਲਸੇ ਦੀ ਚੜ੍ਹਤ ਵੇਖ ਕੇ ਦੁਖੀ ਹੁੰਦੇ ਸੀ, ਪੇਸ਼ ਕੋਈ ਜਾਂਦੀ ਨਹੀਂ ਸੀ। ਕਹਿੰਦੇ ਅੱਜ ਸ਼ੁਕਰ ਹੈ ਗੁਰੂ ਚਲਾ ਗਿਆ, ਜਾਨ ਛੁੱਟੀ, ਚਲੋ ਰੋਜ਼ ਰੋਜ਼ ਦੀ ਲੜਾਈ ਤੋਂ ਤੇ ਬਚਾਂਗੇ। ਹਾਂਜੀ, ਜੇਰ ਦਸਤ ਖਵਾਜਾ ਵਜੀਦ। ਜ਼ਬਰਦਸਤ ਲਾਹੌਰ ਵਾਲਾ ਜ਼ਬਰਦਸਤ ਖਾਨ, ਜੇਰ ਦਸਤ ਖਾਨ ਤੇ ਖਵਾਜਾ ਮਰਦੂਦ ਅਲੀ ਮਲੇਰਕੋਟਲੇ ਦੇ ਨਵਾਬ ਦਾ ਭਰਾ ਖਵਾਜਾ ਮਹਿਮੂਦ ਅਲੀ, ਤੇ ਵਜ਼ੀਰ ਖਾਨ ਸੂਬਾ ਸਰਹੰਦ ਦਾ। ਹਾਂਜੀ, ਵਹਿਰ ਗੁਰੂ ਕੀ ਲਖੀ ਰਸੀਦ। ਜਦੋਂ ਇਹਨਾਂ ਨੂੰ ਪਤਾ ਲੱਗਾ ਵੱਡੇ ਅਫਸਰਾਂ ਨੂੰ, ਭੀਮ ਚੰਦ ਨੂੰ, ਕਿ ਗੁਰੂ ਗੋਬਿੰਦ ਸਿੰਘ ਬਾਹਰ ਚੱਲੇ, ਨਿਕਲ ਚੱਲੇ, ਅੱਜ ਪੱਕੀ ਗੱਲ, ਕਿਉਂਕਿ 5000 ਗੱਡੇ ਦੇ ਉੱਤੇ ਮਾਲ ਲੱਦਿਆ ਗਿਆ, ਹੁਣ ਜਾਣ ਵਾਸਤੇ ਹੀ ਲੱਦਿਆ, ਹੁਣ ਨਹੀਂ ਗੁਰੂ ਰਹੇਗਾ ਅੰਦਰ। ਹਾਂਜੀ, ਹਿਰਦੇ ਮੁਦਿਤ ਭਉ ਸ਼ੋਕ ਮਿਟਾਏ। ਬੜੇ ਖੁਸ਼ ਹੋ ਗਏ, ਚਲੋ ਸ਼ੋਕ ਮਿਟ ਗਿਆ, ਹੁਣ ਗੁਰੂ ਚਲਾ ਗਿਆ ਤੇ ਆਪਾਂ ਮੌਜਾਂ ਲਵਾਂਗੇ, ਲੜਾਈ ਟਲ ਜਾਏਗੀ। ਕ੍ਰਿਖ ਮੁਰਝਾਏ ਮਨੋ ਜਲ ਪਾਏ। ਇੰਜ ਖੁਸ਼ ਹੋਏ ਵੀ ਜਿਵੇਂ ਖੇਤੀ ਮੁਰਝਾਈ ਨੂੰ ਪਾਣੀ ਮਿਲ ਜਾਵੇ। ਖੇਤੀ ਮੁਰਝਾਈ ਹੋਵੇ ਨਾ ਤੇ ਮੀਂਹ ਪੈ ਜਾਵੇ ਤੇ ਖੇਤੀ ਫਿਰ ਹਰੀ ਭਰੀ ਹੋ ਜਾਂਦੀ ਹੈ।
ਇਹਨਾਂ ਤੁਰਕਾਂ ਦੇ ਵਿਚਾਰਿਆਂ ਦੀ ਜਾਨ ਮੁੱਠੀ ਚ ਆਈ ਪਈ ਸੀ, ਸੂਬੇ ਸਰਹੰਦ ਦੀ, ਸੂਬੇ ਲਾਹੌਰ ਦੀ, ਭੀਮ ਚੰਦ ਦੀ, ਕਿਉਂਕਿ ਉੱਤੋਂ ਔਰੰਗਜ਼ੇਬ ਤਾੜਨਾ ਕਰਦਾ ਸੀ, ਇੰਨੇ ਮਹੀਨੇ ਹੋ ਗਏ ਤੁਸੀਂ ਕੀ ਕਰਦੇ, ਤੁਹਾਡੇ ਕੋਲ ਗੁਰੂ ਨਹੀਂ ਕਾਬੂ ਆਉਂਦਾ। ਤੇ ਉਹਨੂੰ ਵੀ ਜਵਾਬ ਦੇਣ ਜੋਗੇ ਕੋਈ ਨਹੀਂ ਸੀ। ਹੁਣ ਬੜੇ ਖੁਸ਼ ਹੋਏ, ਕਹਿੰਦੇ ਚਲੋ ਗੁਰੂ ਕਿਲਾ ਛੱਡ ਜਾਏਗਾ, ਆਪਾਂ ਬਾਦਸ਼ਾਹ ਨੂੰ ਕਹਿ ਦਿਆਂਗੇ ਵੀ ਅਸੀਂ ਮੋਰਚਾ ਫਤਿਹ ਕਰ ਲਿਆ। ਕੋਟਵਾਲ ਗੁਰ ਕੇ ਡਿੱਗ ਗਿਓ। ਕੋਤਵਾਲ ਜਿਹੜਾ ਸੀ ਉਸ ਵੇਲੇ ਜਿਹਦੀ ਡਿਊਟੀ ਸੀ ਗੁਰੂ ਸਾਹਿਬ ਦਾ ਸਮਾਨ ਬਾਹਰ ਦੂਰ ਤੱਕ ਛੱਡ ਕੇ ਆਉਣ ਦੀ, ਉਹ ਮਹਾਰਾਜ ਕੋਲ ਆਇਆ, ਹਾਥ ਜੋਰ ਪੁਨ ਭਾਖਤ ਪਿਓ। ਹੱਥ ਜੋੜ ਕੇ ਬੇਨਤੀ ਕੀਤੀ, ਰਾਤ ਅੰਧੇਰੀ ਤਿਮਰ ਮਹਾਨਾ। ਇਹ ਮਹਾਰਾਜ ਹਨੇਰੀ ਰਾਤ ਹੈ, ਹਨੇਰਾ ਬਹੁਤ ਹੈ, ਮਗਨ ਹੈ ਸੂਚੇ ਆਵ ਨ ਜਾਨਾ। ਇਹਨਾਂ ਹਨੇਰਾ ਵੀ ਰਸਤੇ ਦਾ ਪਤਾ ਹੀ ਨਹੀਂ ਲੱਗਦਾ, ਕਿੱਧਰ ਜਾਣਾ ਹੈ ਕਿੱਧਰ ਆਉਣਾ ਹੈ। ਨਹੀਂ ਤੇਲ ਜੇ ਜਲ ਹੈ ਮਸਾਲਾ। ਔਰ ਤੇਲ ਬਾਲਣ ਵਾਸਤੇ, ਮਸਾਲਾ ਬਾਲਣ ਵਾਸਤੇ ਤੇਲ ਕੋਈ ਨਹੀਂ। ਪਹਿਲੇ ਜ਼ਮਾਨੇ ਸਾਧ ਸੰਗਤ ਦੀ ਟਾਰਚਾਂ ਤਾਂ ਹੁੰਦੀਆਂ ਨਹੀਂ ਸਨ ਰਸਤਾ ਵੇਖਣ ਲਈ, ਉਦੋਂ ਮਸਾਲਾ ਹੁੰਦੀਆਂ ਸਨ, ਤੇ ਮਸਾਲ ਜਿਹੜੀ ਸੀ ਉਹ ਬਾਲਦੇ ਸਨ ਮਿੱਟੀ ਦੇ ਜਾਂ ਸਰੋਂ ਦੇ ਤੇਲ ਨਾਲ। ਤਿਲਾਂ ਦਾ ਤੇਲ ਵੀ ਬਾਲ ਲੈਂਦੇ ਸੀ, ਜਿਹੜਾ ਤੇਲ ਮਿਲ ਜੇ ਉਹ ਮਸਾਲ ਬਾਲਦੇ। ਕਹਿੰਦੇ ਵੀ ਤੇਲ ਕੋਈ ਨਹੀਂ ਮਸਾਲ ਬਾਲਣ ਵਾਸਤੇ। ਚਲਤੇ ਹੋਏ ਪ੍ਰਕਾਸ਼ ਵਿਸਾਲਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕੋਈ ਇਹੋ ਜਿਹਾ ਸਾਧਨ ਕਰੀਏ ਵੀ ਤੇਲ ਹੋਵੇ ਤੇ ਮਸਾਲਾ ਬਾਲ ਲਈਏ। ਕੋਤਵਾਲ ਨੇ ਬੇਨਤੀ ਕੀਤੀ, ਜਿਮ ਆਇਸ ਹੋਏ ਬਨਹਿ ਉਪਾਏ। ਮਹਾਰਾਜ ਜੋ ਆਗਿਆ ਹੋਵੇ ਉਦਾਂ ਦਾ ਉਪਾਅ ਕਰੀਏ, ਹੀਲਾ ਕਰੀਏ। ਸੁਨ ਕੈ ਸ੍ਰੀ ਗੋਬਿੰਦ ਸਿੰਘ ਰਾਏ। ਉਸ ਵੇਲੇ ਕਲਗੀਆਂ ਵਾਲੇ ਪਿਤਾ ਜੀ ਮਹਾਰਾਜ ਆਪਣੇ ਸੇਵਕਾਂ ਦੀ ਗੱਲ ਸੁਣ ਕੇ ਆਪਣੇ ਹੱਥ ਤੇ ਬਰਸ਼ਾ ਦੀਨ। ਆਪਣੇ ਹੱਥ ਦਾ ਇੱਕ ਬਰਛਾ ਜਿਹੜਾ ਮਹਾਰਾਜ ਹਰ ਵੇਲੇ ਹੱਥ 'ਚ ਰੱਖਿਆ ਕਰਦੇ ਸਨ, ਦਸਵੇਂ ਪਾਤਸ਼ਾਹ ਜੀ, ਜੰਗੀ ਬਰਛਾ ਸੀ, ਉਹ ਹੱਥ ਦਾ ਬਰਛਾ ਸੇਵਕਾਂ ਨੂੰ ਦਿੱਤਾ। ਲਿਹੋ ਕੂਪ ਡਿਗ ਜਾਹੋ ਪ੍ਰਭੀਨ। ਮਹਾਰਾਜ ਕਹਿੰਦੇ ਆ ਸਾਡਾ ਬਰਛਾ ਲੈ ਜਾਓ ਤੇ ਖੂਹ ਹੈ ਨਾ ਜਿਹੜਾ ਗੁਰੂ ਕੇ ਮਹਿਲਾਂ ਵਿੱਚ, ਉਹਦੇ ਲਾਗੇ ਚਲੇ ਜਾਓ, ਤਿਸ ਉੱਪਰ ਤੋਮਰ ਧਰ ਦੀਜੈ। ਤੇ ਖੂਹ ਦੇ ਉੱਤੇ ਬਰਛਾ ਰੱਖ ਦਿਓ। ਇੱਕ ਦਿਸ਼ ਤੇਲ ਨਿਕਾਸਨ ਕੀਜੈ। ਜਿਹੜੇ ਪਾਸੇ ਬਰਛਾ ਰੱਖੋਗੇ ਨਾ ਉਧਰ ਪਾਣੀ ਦਾ ਤੇਲ ਬਣ ਜਾਏਗਾ, ਤੇ ਤੇਲ ਕੱਢ ਲਓ ਜਿੰਨਾ ਮਰਜੀ। ਹਾਂਜੀ, ਦੂਸਰ ਦਿਸ਼ਾ ਰਹਿ ਜਲ ਤੈਸੇ। ਇੱਕ ਪਾਸੇ ਖੂਹ 'ਚ ਤੇਲ ਰਹੇਗਾ, ਦੂਜੇ ਪਾਸੇ ਪਾਣੀ, ਤੁਸੀਂ ਕੱਢ ਲਓ ਜਿੰਨਾ ਤੇਲ ਚਾਹੀਦਾ ਹੈ। ਖਾਨ ਪਾਨ ਹਿਤ ਲੀਜੈ ਵੈਸੇ। ਮਹਾਰਾਜ ਕਹਿੰਦੇ ਜਿਹੜੇ ਪਾਸੇ ਬਰਛਾ ਰੱਖੋਗੇ ਉਧਰ ਤੇਲ ਬਣ ਜਾਏਗਾ ਪਾਣੀ ਦਾ, ਤੇ ਦੂਜੇ ਪਾਸੇ ਪਾਣੀ ਖਾਣ ਪੀਣ ਲਈ ਵਰਤੀ ਜਾਓ। ਹੈ ਪ੍ਰਖਪ ਜੋ 5000। ਜਿਹੜੇ 5000 ਬੈਲ ਹਨ, 10,000 ਤਹਿ ਸਿੰਘ ਵਿਚਾਰ। ਉਹਨਾਂ 5000 ਬਲਦਾਂ ਦੇ 10,000 ਸਿੰਘ ਹਨ, ਕਿਉਂਕਿ ਹਰ ਬਲਦ ਦੇ 2 ਸਿੰਘ ਹੁੰਦੇ ਹਨ। ਸਭ ਪਰ ਦਿਹੋ ਮਿਸਾਲ ਬਿੰਦਾਵਾ। ਮਹਾਰਾਜ ਕਹਿੰਦੇ 10,000 ਮਿਸਾਲਾਂ ਬਣਾ ਕੇ ਹਰ ਬੈਲ ਦੇ ਸਿਰ ਨਾਲ 2-2 ਬੰਨੋ। 5000 ਬਲਦ ਤੇ 10,000 ਮਿਸਾਲਾਂ ਬਾਲਦੇ। ਇੰਨਾ ਤੇਲ ਕੱਢ ਲਓ ਖੂਹ ਦੇ ਵਿੱਚੋਂ। ਹਾਂਜੀ, ਤੇਲ ਕੂਪ ਤੇ ਲਿਹੋ ਨਿਕਸਾਏ। ਖੂਹ ਜੋ ਤੇਲ ਕੱਢ ਲਓ, ਸੱਚੇ ਪਾਤਸ਼ਾਹ ਜੀ ਬਚਨ ਕਰਦੇ। ਲੈ ਗੁਰ ਕਰ ਤੇ ਤੋਮਰ ਆਏ। ਸਿੰਘ ਮਹਾਰਾਜ ਦੇ ਹੱਥ ਦਾ ਬਰਛਾ ਲੈ ਕੇ ਖੂਹ ਤੇ ਆ ਗਏ। ਤਰੇ ਕੂਪ ਪਰ ਕਾਢਣ ਲਾਏ। ਖੂਹ ਦੇ ਉੱਤੇ ਬਰਛਾ ਧਰ ਕੇ ਤੇ ਉਹ ਚੋਂ ਪਾਣੀ ਕੱਢਣ ਲੱਗੇ, ਤੇਲ ਕੱਢਣ ਲੱਗੇ। ਦੇਖਤ ਬਿਸਮੈ ਹੋਏ ਕਰ ਸਾਰੇ। ਜਦੋਂ ਵਿੱਚੋਂ ਕੱਢ ਕੇ ਦੇਖਿਆ ਸਭ ਹੈਰਾਨ, ਵਾਕਈ ਤੇਲ ਹੀ ਨਿਕਲਿਆ ਖੂਹ ਦੇ ਵਿੱਚੋਂ। ਬੰਦ ਮਿਸਾਲਨ ਸਗਰੇ ਡਾਰੇ। ਔਰ ਮਸਾਲਾਂ ਬਾਲ ਕੇ ਬਲਦਾਂ ਦੇ ਸਿਰਾਂ ਨਾਲ ਸਿੰਘਾਂ ਨਾਲ ਬੰਨ ਦਿੱਤੀਆਂ। ਲੋਕ ਸ਼ੈਕਰੇ ਲਗੇ ਸਧਾਰਨ। ਔਰ ਸੈਂਕੜੇ ਲੋਕ ਇਸ ਕੰਮ ਲਈ ਲੱਗ ਗਏ। ਕਰੀ ਮਸਾਲਨ ਤਤ ਛਿਨ ਜਾਰਨ। ਇੰਨੀਆਂ ਮਸਾਲਾਂ ਬਾਲ ਦਿੱਤੀਆਂ ਵੀ ਰੋਸ਼ਨੀ ਦਿਨ ਵਰਗੀ ਕਰ ਦਿੱਤੀ। ਹੁਕਮ ਗੁਰੂ ਕੋ ਪੁਨ ਇਮ ਭਇਓ। ਫਿਰ ਮਹਾਰਾਜ 10ਵੇਂ ਪਾਤਸ਼ਾਹ ਹੁਕਮ ਦਿੰਦੇ ਹਨ ਖਾਲਸੇ ਨੂੰ, ਖੀਨ ਖਾਬ ਜੇਤਕ ਬਚ ਗਿਓ। ਵੀ ਜਿੰਨੇ ਖੀਨ ਖਾਬ ਦੇ ਕੱਪੜੇ, ਖੀਨ ਖਾਬ ਮਹਿੰਗੇ ਕੱਪੜੇ ਨੂੰ ਕਹਿੰਦੇ ਸਾਧ ਸੰਗਤ ਜੀ, ਪਸ਼ਮੀਨਾ ਹੋ ਗਿਆ, ਰੇਸ਼ਮੀ ਕੱਪੜੇ, ਜਿਨ੍ਹਾਂ ਦਾ ਕਹਿ ਲਓ ਵੀ ਅੱਜ ਤੇ ਮਾਤੜਾ ਨੂੰ ਤੇ ਦਰਸ਼ਨ ਵੀ ਨਹੀਂ ਹੁੰਦਾ, ਇੰਨੇ ਮਹਿੰਗੇ ਮਹਿੰਗੇ ਕੱਪੜੇ, ਰਾਜਿਆਂ ਮਹਾਰਾਜਿਆਂ ਦੇ ਪਾਉਣ ਵਾਲੇ ਕੱਪੜੇ। ਉਹ ਮਹਿੰਗੇ ਕੱਪੜੇ ਜਿਹੜੇ ਮਹਾਰਾਜ ਕਹਿੰਦੇ ਬਚੇ ਪਏ ਹਨ ਅੰਦਰ। ਦਵੈ ਦਵੈ ਗਜ ਗੂਨਨ ਪਰ ਡਾਰੇ। ਉਹ ਕਹਿੰਦੇ 2-2 3-3 ਗਜ ਦੇ ਲਿਆ ਕੇ ਨਾ ਇਹਨਾਂ ਗੂਣਾਂ ਦੇ ਉੱਤੇ ਪਾ ਦਿਓ, ਚਮਕਦੇ ਕੱਪੜੇ ਜਿਨ੍ਹਾਂ ਦੀ ਲਿਸ਼ਕ ਦੂਰੋਂ ਪਵੇ, ਪਤਾ ਲੱਗੇ ਵੀ ਕੋਈ ਮਹਿੰਗਾ ਹੀ ਸਮਾਨ ਇਹਦੇ ਵਿੱਚ ਬੰਨਿਆ ਹੋਇਆ ਹੈ। ਤਿਮ ਹੀ ਤਤ ਛਿਨ ਤਿਨ ਪਰ ਧਾਰੇ। ਉਸੇ ਵੇਲੇ ਸਿੰਘਾਂ ਨੇ ਵਧੀਆ ਵਧੀਆ ਦੁਸ਼ਾਲੇ, ਵਧੀਆ ਵਧੀਆ ਕੱਪੜੇ ਕੱਢ ਕੱਢ ਕੇ ਚਾਦਰਾਂ ਉਹਨਾਂ ਦੇ ਉੱਤੇ, ਗੂਣਾਂ ਦੇ ਉੱਤੇ ਪਾ ਦਿੱਤੀਆਂ।
ਵੀ ਤੁਰਕਾਂ ਨੂੰ ਇੰਜ ਭੁਲੇਖਾ ਲੱਗੇ ਵਾਕਿਆ ਹੀ ਬਹੁਤ ਮਹਿੰਗਾ ਸਮਾਨ ਹੈ ਇਹਦੇ ਵਿੱਚ। 10,000 ਜਬ ਜਰੀ ਮਸਾਲਾ, ਜਦੋਂ 10,000 ਮਸਾਲ ਬਲ ਗਈ, ਜਿਤ ਕਿਤ ਦਿਪਤ ਪ੍ਰਕਾਸ਼ ਵਿਸਾਲਾ, ਥਾਂ ਥਾਂ ਦੇ ਪ੍ਰਕਾਸ਼ ਹੀ ਪ੍ਰਕਾਸ਼, ਰੋਸ਼ਨੀ ਰੋਸ਼ਨੀ ਹੋ ਗਈ। ਲਸ਼ਕਰ ਵਿਹਰ ਤਿਆਰ ਪਿਖ ਹੋਏ, ਸਾਧ ਸੰਗਤ ਜੀ ਬਾਹਰ ਤੁਰਕਾਂ ਦੀ ਫੌਜ ਉਹ ਵੀ ਆਪਣੇ ਆਪਣੇ ਸ਼ਸਤਰ ਬਸਤਰ ਲੈ ਕੇ ਤਿਆਰੀਆਂ ਕਰਨ ਲੱਗ ਪਈ। ਮਨ ਮਹਿ ਚਹਿ ਲੂਟਿਓ ਸਭ ਕੋਏ, ਤੁਰਕਾਂ ਦਾ ਦਿਲ ਬੇਈਮਾਨ, ਉਹ ਕਿੱਥੇ ਭਲਾ ਈਮਾਨ ਤੇ ਪੱਕੇ ਰਹਿਣ ਵਾਲੇ। ਮਹਾਰਾਜ 10ਵੇਂ ਪਾਤਸ਼ਾਹ ਜੀ ਨੇ ਬਚਨ ਲਿਖਿਆ ਨਾ ਜਫਰਨਾਮੇ ਦੇ ਵਿੱਚ, ਮਹਾਰਾਜ ਕਹਿੰਦੇ ਤੂੰ ਹਜ਼ਾਰਾਂ ਕਸਮਾਂ ਖਾ ਲੈ ਮੈਂ ਤਾਂ ਵੀ ਤੇਰੀਆਂ ਕਸਮਾਂ ਤੇ ਇਤਬਾਰ ਨਹੀਂ ਕਰਦਾ। ਤੇਰੀਆਂ ਕਸਮਾਂ ਤੂੰ ਨਾ ਸਾਹਿਬ ਸਨਾਸੀ ਨਾ ਮੁਹੰਮਦ ਯਕੀਨ, ਨਾ ਤੂੰ ਪਰਮੇਸ਼ਰ ਨੂੰ ਪਛਾਣਨ ਵਾਲਾ ਹੈ ਤੇ ਨਾ ਤੇਰਾ ਹਜ਼ਰਤ ਮੁਹੰਮਦ ਸਾਹਿਬ ਜੀ ਤੇ ਯਕੀਨ ਹੈ। ਔਰੰਗਜ਼ੇਬ ਤੂੰ ਕਿਸੇ ਵੀ ਗੁਰੂ ਪੀਰ ਦਾ ਹੈ ਨਹੀਂ, ਝੂਠੀਆਂ ਕਸਮਾਂ ਖਾਣ ਵਾਲਾ ਹੈ। ਸੋ ਸਾਧ ਸੰਗਤ ਜੀ ਉਹ ਤੁਰਕ ਤਿਆਰੀਆਂ ਕਰਨ ਲੱਗ ਪਏ, ਪਹਾੜੀਏ ਵੀ ਤਿਆਰੀਆਂ ਕਰਨ ਲੱਗ ਪਏ ਵੀ ਗੁਰੂ ਦਾ ਖਜ਼ਾਨਾ ਆ ਰਿਹਾ ਆਪਾਂ ਲੁੱਟਾਂਗੇ। ਲੱਖੋਂ ਵੀਰ ਤਿਆਰ ਹੋਏ ਠਾਡੇ, ਲੱਖਾਂ ਫੌਜੀ ਤੁਰਕਾਂ ਦੇ ਪਹਾੜੀਆਂ ਦੇ ਤਿਆਰ ਹੋ ਕੇ ਘੋੜਿਆਂ ਦੇ ਕਾਠੀਆਂ ਪਾਈ ਬੈਠੇ ਐ ਵੀ ਪਹਿਲਾਂ ਗੁਰੂ ਦਾ ਖਜ਼ਾਨਾ ਲੁੱਟਾਂਗੇ, ਫਿਰ ਗੁਰੂ ਨੂੰ ਮਾਰਾਂਗੇ, ਫਿਰ ਆਨੰਦਪੁਰ ਉਜਾੜਾਂਗੇ, ਫਿਰ ਔਰੰਗਜ਼ੇਬ ਕੋਲ ਜਾ ਕੇ ਦੱਸਾਂਗੇ ਵੀ ਅਸੀਂ ਬੜਾ ਵੱਡਾ ਮਾਰਕਾ ਮਾਰ ਕੇ ਆਏ ਹਾਂ। ਦੇਖਤ ਦਰਬ ਗੁਰੂ ਅਬ ਕਾਢੇ, ਦੇਖੋ ਪਹਿਲਾਂ ਗੁਰੂ ਦਾ ਖਜ਼ਾਨਾ 5000 ਗੱਡਿਆਂ ਦੇ ਲੱਦਿਆ ਜਾ ਰਿਹਾ ਤੇ ਆਪਸ 'ਚ ਗੱਲਾਂ ਕਰਦੇ, ਇੱਕ ਗੱਡਾ ਤੇ ਮੈਂ ਆਪਣੇ ਪਿੰਡ ਹੀ ਲੈ ਜਾਣਾ, ਦੂਜਾ ਕਹਿੰਦਾ ਤੂੰ ਕਿਉਂ ਲੈ ਜਾਣਾ ਮੈਂ ਲੈ ਕੇ ਜਾਣਾ। ਏਦਾਂ ਆਪਸ ਵਿੱਚ ਵੰਡੀਆਂ ਪਾਉਣ ਲੱਗ ਪਏ ਗੱਡਿਆਂ ਦੀਆਂ। ਹਾਂਜੀ, ਉੱਚੋ ਇਹ ਮੋਰਚਾ ਜੋਈ, ਜਿਹੜਾ ਉੱਚਾ ਮੋਰਚਾ ਸੀ ਜਿੱਥੋਂ ਦਿਖਦਾ ਸੀ ਸਾਰਾ ਕੁਝ, ਇਸ ਕੇ ਡਿਗ ਡਿਗ ਕੀਨੇ ਸੋਈ, ਉਹਦੇ ਨੇੜੇ ਨੇੜੇ ਸਾਧ ਸੰਗਤ ਜੀ ਇਹ ਤੁਰਕ ਜਿਹੜੇ ਨਾ ਦੂਰਬੀਨਾਂ ਲਾ ਲਾ ਬਹਿ ਗਏ ਵੀ ਦੇਖੀਏ ਕਿੱਥੋਂ ਕਿੰਨੇ ਕੁ ਦੂਰ ਨਿਕਲੇ ਆ ਜੇ, ਕਿੰਨਾ ਕੁ ਆਇਆ ਅੱਗੇ ਖਜ਼ਾਨਾ। ਹਾਂਜੀ, ਸਨੇ ਸਨੇ ਸਭ ਪ੍ਰਖਬ ਨਿਕਾਰੇ, ਮਹਾਰਾਜ ਨੇ ਵੀ ਹੌਲੇ ਹੌਲੇ ਕੱਢੇ ਵੀ ਚਲੋ ਉਡੀਕ ਕਰ ਲੈਣ ਥੋੜੀ ਜੀ ਨਾ, ਹੌਲੇ ਹੌਲੇ ਕੱਢੇ। ਰਾਤ ਨੂੰ 12-1 ਵਜਾ ਛੱਡਿਆ ਮਹਾਰਾਜ ਨੇ ਵੀ ਹੌਲੇ ਹੌਲੇ ਕੱਢਾਂਗੇ ਕਹਿੰਦੇ। ਹਾਂਜੀ, ਉੱਪਰ ਤੋਪੈ ਕੀਨਸ ਤਿਆਰੇ, ਤੇ ਉਤੋਂ ਤੋਪਾਂ ਵੀ ਤਿਆਰ ਕੀਤੀਆਂ ਤੁਰਕਾਂ ਨੇ। ਬਹੁ ਜਵਾਲਾ ਬਮਨੀ ਗਹਿ ਹਾਥ, ਤੇ ਮਹਾਰਾਜ ਨੇ ਵੀ ਆਪਣੇ ਜਿਹੜੇ ਮੋਰਚਾ ਕਿਲਾ ਜਿਵੇਂ ਕਿਲਾ ਤਾਰਾਗੜ੍ਹ ਸਾਹਿਬ ਹੈ ਜਾਂ ਕਿਲਾ ਹੌਲਗੜ੍ਹ ਸਾਹਿਬ, ਆਨੰਦਗੜ੍ਹ ਸਾਹਿਬ ਕਿਲਾ, ਇਹ ਉੱਚੀ ਥਾਵਾਂ ਤੇ ਮਹਾਰਾਜ ਨੇ ਤੋਪਾਂ ਵੀ ਆਪਣੀਆਂ ਜਿਹੜੀਆਂ ਸੀ ਨਾ ਫਿੱਟ ਕਰਤੀਆਂ ਵੀ ਜਦੋਂ ਇਹ ਤੁਰਕ ਹਿਲਜੁਲ ਕਰਨਗੇ ਨਾ ਆਪਾਂ ਤੋਪਾਂ ਵੀ ਛੱਡਾਂਗੇ, ਜਿੰਨੇ ਮਾਰੇ ਜਾਂਦੇ ਅੱਜ ਸਫਾਈ ਕਰਾਂਗੇ। ਤੇ ਬੰਦੂਕਾਂ ਵੀ ਸਿੰਘਾਂ ਨੂੰ ਫੜਾ ਕੇ ਵੀ ਜਿਹੜਾ ਆਵੇ ਡਿੱਕੇ ਚੜੇ ਪਾਰ ਬੁਲਾ ਦਿਓ। ਹਾਂਜੀ, ਹਰੇ ਕਰੇ ਤਹਿ ਸਿੰਘ ਗਨਨਾਥ, ਮਹਾਰਾਜ ਨੇ ਸਿੰਘ ਵੀ ਤਿਆਰ ਬਰ ਤਿਆਰ ਕਰਕੇ ਵੱਖੋ ਵੱਖ ਮੋਰਚਿਆਂ ਦੇ ਬੰਦੂਕਾਂ ਦੇ ਕੇ ਅਸਲਾ ਦੇ ਕੇ ਤਿਆਰ ਕਰਕੇ ਲਾ ਦਿੱਤੇ ਵੀ ਜਿਹੜਾ ਆਵੇ ਨਾ ਸੌਦਾ ਲਾ ਦਿਓ। ਹਾਂਜੀ, ਆਪ ਆਨੰਦਪੁਰੇ ਚੱਲ ਬੈਸੇ, ਆਪ ਮਹਾਰਾਜ ਆਨੰਦਗੜ੍ਹ ਸਾਹਿਬ ਦੇ ਉੱਪਰ ਕਿਲੇ ਤੇ ਜਾ ਕੇ ਬੈਠ ਗਏ ਉੱਚੀ ਥਾਂ ਤੇ। ਕਪਟੀ ਹਤੈ ਪਿਖਿਨ ਕੋ ਤੈਸੇ, ਮਹਾਰਾਜ ਵੇਖਣਾ ਚਾਹੁੰਦੇ ਤਮਾਸ਼ਾ ਤੁਰਕਾਂ ਦਾ ਆਪਣੀਆਂ ਅੱਖਾਂ ਨਾਲ। ਹਾਂਜੀ, ਆਂਕਤ ਚਾਲੇ ਬ੍ਰਿੰਦ ਲਬਾਨੇ, ਹੁਣ ਲਬਾਣੇ ਵਣਜਾਰੇ ਜਿਹੜੇ ਨੇ ਉਹ 5000 ਗੱਡਿਆਂ ਨੂੰ ਜਿਨ੍ਹਾਂ ਉੱਤੇ ਸਤਿਗੁਰਾਂ ਨੇ ਖਜ਼ਾਨਾ ਲੱਦਿਆ ਸੀਗਾ, ਹੱਡ ਜੁੱਤੀਆਂ ਟੁੱਟੀਆਂ ਟੁੱਟਾ ਭੱਜਾ ਸਮਾਨ ਤੇ ਉੱਤੇ ਕੱਪੜੇ ਵਧੀਆ ਦੁਸ਼ਾਲੇ ਪਾ ਕੇ ਉਹ ਲੈ ਕੇ ਫਿਰ ਤੁਰਕ ਜਿਹੜੇ ਉਹ ਲਬਾਣੇ ਸੀਗੇ ਵਣਜਾਰੇ ਸੀ ਗੱਡਿਆਂ ਨੂੰ ਚੱਲ ਪਏ। ਪਸਰਿਓ ਸਭਿੰਨ ਪ੍ਰਕਾਸ਼ ਮਹਾਨੇ, ਤੇ ਜਦੋਂ ਉਹਨਾਂ ਦੇ ਸਿਰਾਂ ਨਾਲ ਬੰਨੇ ਹੋਏ ਸਿੰਘਾਂ ਦੇ ਨਾਲ ਮਸਾਲਾਂ ਬੰਨੀਆਂ ਹੋਈਆਂ ਬਲਦਾਂ ਦੇ, ਉਹਨਾਂ ਦੀ ਰੋਸ਼ਨੀ ਬੜੀ ਪ੍ਰਕਾਸ਼ ਹੋ ਰਿਹਾ, ਦੂਰੋਂ ਮੀਲਾਂ ਤੋਂ ਪਤਾ ਲੱਗ ਗਿਆ ਲੋ ਜੀ ਗੁਰੂ ਦਾ ਖਜ਼ਾਨਾ ਨਿਕਲਿਆ ਹੈ। ਹਾਂਜੀ, ਰਾਜਨ ਕੀ ਸਿਪਾਹ ਗਨ ਆਈ, ਸਭ ਤੋਂ ਪਹਿਲਾਂ ਤੇ ਬੇਈਮਾਨ ਹੋਏ ਰਾਜਿਆਂ ਦੇ ਸਿਪਾਹੀ ਪਹਾੜੀਏ ਜਿਨ੍ਹਾਂ ਦੇ ਪੱਥਰ ਚਿੱਤ ਮੰਨੇ ਜਾਂਦੇ, ਪਾਪੀ ਲੋਕ ਪਹਾੜ ਦੇ ਪੱਥਰ ਜਿਨ੍ਹਾਂ ਦੇ ਚਿੱਤ, ਪੱਥਰ ਵਰਗੇ ਚਿੱਤ ਜਿਨ੍ਹਾਂ ਦੇ ਸਾਧ ਸੰਗਤ ਜੀ ਧਰਮੀਮਾਨ ਕੋਈ ਹੈ ਹੀ ਨਹੀਂ, ਉਹ ਪਹਾੜੀਏ ਸਭ ਤੋਂ ਪਹਿਲਾਂ ਗੁਰੂ ਦਾ ਖਜ਼ਾਨਾ ਲੁੱਟਣ ਲਈ ਆਏ ਵੀ ਕਿਤੇ ਤੁਰਕ ਨਾ ਲੈ ਜਾਣ, ਅਸੀਂ ਨੇੜੇ ਵਾਲੇ ਆ ਅਸੀਂ ਲਈਏ। ਕਹਿੰਦੇ ਉਹਨਾਂ ਨੂੰ ਇਹ ਸੀ ਵੀ ਗੁਰੂ ਨਾਲ 20 ਸਾਲ ਹੋ ਗਏ ਲੜਦਿਆਂ ਸਾਨੂੰ, ਤੇ ਆਪਾਂ ਪਹਿਲਾਂ ਗੁਰੂ ਦਾ ਖਜ਼ਾਨਾ ਲੁੱਟੀਏ, ਤੁਰਕਾਂ ਨੂੰ ਤੇ ਬਾਅਦ ਵਿੱਚ ਥੋੜਾ ਬੜਾ ਦੇ ਦਿਆਂਗੇ।
ਤੇ ਪਹਿਲਾਂ ਲੁੱਟਣ ਵਾਸਤੇ ਉਹ ਆ ਗਏ। ਹਾਂਜੀ, ਸਨੇ ਸਨੇ ਦੇਖਤ ਨਿਕਟਾਈ। ਹੌਲੇ ਹੌਲੇ ਨੇੜੇ ਨੇੜੇ ਲੱਗ ਗਏ, ਗੱਡਿਆਂ ਦੇ ਆਲੇ ਦੁਆਲੇ ਨਾ ਘੇਰੇ ਪਾ ਲਏ, ਮੱਲਾਂ ਮਾਰ ਲੀਆਂ ਕਿ ਆਹ ਗੱਡਾ ਮੇਰਾ, ਦੂਜਾ ਕਹਿੰਦਾ ਚਲੋ ਪਰਾਂ ਦੇਖ ਲਈਏ ਮੇਰਾ। ਇਸ ਤਰ੍ਹਾਂ ਦੀ ਉੱਥੇ ਹੋ ਗਈ ਫਿਰ ਗੱਲਬਾਤ ਸ਼ੁਰੂ। ਹਾਂਜੀ, ਖੀਨ ਖਾਬ ਕੀ ਚਮਕਤ ਜਾ ਉੱਤੇ ਖੀਨ ਖਾਬ ਦੇ ਉੱਤੇ ਜਰੀਦਾਰ ਚੁਦਸ਼ਾਲੇ ਪਾਏ, ਚਮਕਦੇ ਲਸ਼ ਲਸ਼ ਕਰਦੇ। ਬੇਈਮਾਨ ਹੁੰਦਾ ਦਿਲ ਵੇਖ ਕੇ, ਕਹਿੰਦੇ ਆਹ ਤਾਂ ਬਹੁਤ ਮੋਟਾ ਮਾਲ ਹੋਵੇਗਾ, ਇਹਦਾ ਬਹੁਤ ਕੀਮਤੀ ਮਾਲ ਹੋਵੇਗਾ। ਹਾਂਜੀ, ਜਾਨੀ ਦੌਲਤ ਅਚਰਜ ਭਰੀ। ਬੜੀ ਦੌਲਤ ਹੋਏਗੀ ਇਹਦੇ ਚ, ਤਾਂ ਕਹਿੰਦੇ ਗੁਰੂ ਦਾ ਖਜ਼ਾਨਾ ਇੱਥੇ, ਇਹ ਵਧੀਆ ਗੱਡਾ। ਦੂਜੇ ਗੱਡੇ ਵਾਲ ਦੇਖ ਕੇ ਕਹਿੰਦੇ ਉਹਦੇ ਜ਼ਿਆਦਾ ਹੋਣਾ। ਆਪਸ ਵਿੱਚ ਵੰਡੀਆਂ ਪਾਣ ਲੱਗੇ, ਗੁੱਥਮ ਗੁੱਥਾ ਹੋਣ ਲੱਗ ਪਏ। ਕੰਚਨ ਚਾਂਦੀ ਹੋਏ ਜਵਾਹਰ। ਮਨ ਚ ਸੋਚਦੇ ਇਹਦੇ ਚ ਚਾਂਦੀ ਹੋਣੀ ਹੈ, ਉਹ ਜਿਹੜਾ ਵਧੀਆ ਕੱਪੜਾ ਉੱਤੇ ਪਾਇਆ ਉਹ ਤੇ ਸੋਨਾ ਹੋਣਾ ਹੈ ਕਹਿੰਦੇ, ਉਹ ਪਿੱਛੇ ਹੀਰੇ ਹੋਣਗੇ ਕਹਿੰਦੇ। ਏਦਾਂ ਅੰਦਾਜ਼ੇ ਲਾਉਂਦੇ ਆ। ਵਿਖਿਅਤ ਵੱਡ ਪ੍ਰਭਾਵ ਕੀ ਜਾਹਰ। ਬਾਹਰੋਂ ਹੀ ਪਤਾ ਲੱਗਦਾ ਕੱਪੜਿਆਂ ਤੋਂ ਹੀ ਵੀ ਮਾਲ ਮੋਟਾ, ਚੰਗਾ, ਵਧੀਆ, ਕੀਮਤੀ ਮਾਲ ਹੈ ਇਹਦੇ ਵਿੱਚ। ਹਾਂਜੀ, ਸੁਨ ਰਾਜਨ ਪੀ ਧਰਮ ਵਿਸਾਰਾ। ਆਹ ਜਦੋਂ ਰਾਜੇ ਨੂੰ ਪਤਾ ਲੱਗਾ ਵੀ ਗੁਰੂ ਦਾ ਖਜ਼ਾਨਾ ਜਾ ਰਿਹਾ, ਤੇ ਰਾਜਿਆਂ ਦੀਆਂ ਵੀ ਲਾਲਾਂ ਟਪਕ ਪਈਆਂ, ਉਹਨਾਂ ਨੇ ਵੀ ਧਰਮ ਭੁਲਾਤਾ, ਉਹ ਵੀ ਲਾਲਚੀ ਬਣ ਗਏ। ਉਮਰਾਵਨ ਇਮਾਨ ਕੋ ਹਾਰਾ। ਤੇ ਉਮਰਾਵ ਤੁਰਕਾਂ ਦੇ ਵੱਡੇ ਵੱਡੇ ਜਿਹੜੇ ਸੂਬੇਦਾਰ, ਉਹਨਾਂ ਦਾ ਵੀ ਈਮਾਨ ਡਿੱਗ ਪਿਆ। ਸਪਤ ਮਾਸ ਦੁਖ ਭਾਵਤ ਰਹੇ। ਆਪਸ ਚ ਗੱਲਾਂ ਲੱਗ ਪਏ ਕਰਨ ਰਾਜੇ ਤੇ ਉਮਰਾਵ, ਯਾਰੋ ਆਪਾਂ 7 ਮਹੀਨੇ ਹੋ ਗਏ ਦੁਖੀ ਹੁੰਦੇ ਹਨ, ਮੱਛਰਾਂ ਵਿੱਚ ਮਰ ਗਏ, ਇੱਥੇ ਨਾ ਘਰ ਦੇ ਜੀਆਂ ਨੂੰ ਮਿਲੇ, ਨਾ ਸੁੱਖ ਦੀ ਰੋਟੀ ਖਾਧੀ, ਨਾ ਦਿਨੇ ਸੁੱਤੇ ਨਾ ਰਾਤੀ। ਜੇ ਹੁਣ ਮਾਲ ਹੱਥ ਆਇਆ ਤੇ ਹੁਣ ਆਪਾਂ ਕਾਹਨੂੰ ਛੱਡੀਏ, ਗੁਰੂ ਸੁੱਕਾ ਹੀ ਲੰਘ ਜਾਏਗਾ ਕਹਿੰਦੇ ਮਾਲ ਲੈ ਕੇ, ਆਪਾਂ ਨਹੀਂ ਉਹ ਜਾਣ ਦੇਣਾ। ਏਦਾਂ ਬੇਈਮਾਨ ਹੋ ਗਏ ਸਾਰੇ। ਲਰਤ ਹਜ਼ਾਰੋ ਮ੍ਰਿਤ ਕੋ ਲਹੇ। ਉਹ ਸਾਡੇ ਹਜ਼ਾਰਾਂ ਬੰਦੇ ਮਰ ਗਏ, ਸਾਡਾ ਲੱਖਾਂ ਰੁਪਏ ਦਾ ਅਸਲਾ ਬਰਬਾਦ ਹੋ ਗਿਆ, ਇਸ ਗੁਰੂ ਪਿੱਛੇ ਲੱਖਾਂ ਦੇ ਘੋੜੇ ਮਰ ਗਏ, ਤੇ ਸਾਡਾ ਘਰ ਦਾ ਸੁੱਖ ਆਰਾਮ ਸਾਰਾ ਲੁੱਟਿਆ ਗਿਆ। ਅਸੀਂ ਹੁਣ ਇਹਨੂੰ ਐਵੇਂ ਲੰਘ ਜਾਣ ਦਈਏ? ਜਿਹੜੇ ਕਸਮਾਂ ਪਾਉਂਦੇ ਸੀ ਨਾ ਵੀ ਮਹਾਰਾਜ ਅਸੀਂ ਤੁਹਾਡਾ ਰਾਹ ਨਹੀਂ ਰੋਕਾਂਗੇ, ਲੰਘ ਜਾਓ ਤੁਸੀਂ ਜਿੱਧਰ ਮਰਜੀ, ਸਾਰੀਆਂ ਕਸਮਾਂ ਭੁੱਲ ਗਈਆਂ ਰਾਤ ਨੂੰ। ਹਾਂਜੀ, ਦਰਬ ਕਰੋੜੋਂ ਵਿੱਚ ਤੇ ਚਾਲਾ। ਉਹ ਕਰੋੜਾਂ ਰੁਪਈਆ ਸਾਡੇ ਕੋਲੋਂ ਹੱਥੋਂ ਜਾ ਰਿਹਾ, ਹੱਥ ਦੇ ਵਿੱਚੋਂ ਨਿਕਲਦਾ ਚੱਲਿਆ, ਕਹਿੰਦੇ ਇਹ ਨਹੀਂ ਜਾਣ ਦੇਣਾ ਕਹਿੰਦੇ। ਜਿਸ ਤੇ ਤ੍ਰਿਪਤੈ ਸੈਨ ਵਿਸਾਲਾ। ਕਰੋੜਾਂ ਰੁਪਈਆ ਹੈ ਗੁਰੂ ਗੋਬਿੰਦ ਸਿੰਘ ਦਾ ਖਜ਼ਾਨਾ, ਅਸੀਂ ਤੇ ਆਪਣੀ ਫੌਜ ਨੂੰ ਤਨਖਾਹਾਂ ਦੇਾਂਗੇ, ਸਾਰੀ ਫੌਜ ਰੱਜ ਜਾਏਗੀ ਸਾਡੀ, ਸਾਡਾ ਰਿਆਸਤੀ ਪ੍ਰਬੰਧ ਵਧੀਆ ਹੋ ਜਾਏਗਾ, ਇੰਨਾ ਮਾਲ ਮੱਤਾ ਸਾਡੇ ਹੱਥ ਆ ਜਾਏਗਾ। ਖਾਲੀ ਦੁਰਗ ਰਹੇ ਕਿਆ ਲੈ ਹੈ। ਜੇ ਗੁਰੂ ਗੋਬਿੰਦ ਸਿੰਘ ਖਜ਼ਾਨਾ ਲੈ ਕੇ ਚਲਾ ਗਿਆ, ਪਿੱਛੇ ਕਿਲੇ ਨੂੰ ਅਸੀਂ ਚੱਟਣਾ ਕਹਿੰਦੇ, ਖਾਲੀ ਕਿਲਾ ਕੀ ਕਰਨਾ ਅਸੀਂ? ਜੇ ਕਿਲੇ ਵਿੱਚ ਮਾਲ ਹੀ ਕੋਈ ਨਹੀਂ ਰਿਹਾ, ਗੁਰੂ ਮਾਲ ਤਾਂ ਆਪਣਾ ਲੈ ਚੱਲਿਆ, ਆਪਾਂ ਕਿਲੇ ਲੁੱਟਣ ਤਾਂ ਆਏ ਸੀਗੇ ਤੇ ਗੁਰੂ ਦੇ ਸਾਨੂੰ ਲੁੱਟ ਕੇ ਚੱਲਿਆ ਜੇ, ਇਹ ਤਾਂ ਮਾੜੀ ਗੱਲ ਹੋ ਗਈ। ਚੜ੍ਹੈ ਗੁਰੂ ਕਿਸ ਦੇਸ਼ ਸਿਧੈ ਹੈ। ਗੁਰੂ ਮਾਲ ਮੱਤਾ ਲੈ ਕੇ ਕਿਸੇ ਦੇਸ਼ ਚਲਾ ਜਾਏਗਾ, ਅਸੀਂ ਕਿਲੇ ਖਾਲੀ ਚ ਕੀ ਕਰਾਂਗੇ? ਵਧਿਓ ਲੋਭ ਮਨ ਵਿਖੈ ਕਨੀਰਾ। ਇਸ ਤਰ੍ਹਾਂ ਸਾਧ ਸੰਗਤ ਜੀ ਪਹਾੜੀ ਰਾਜਿਆਂ ਦੇ ਵੀ ਤੇ ਸੂਬਿਆਂ ਦੇ ਮਨ ਚ ਲਾਲਚ ਆ ਗਿਆ, ਲੋਭ ਆ ਗਿਆ। ਧਰਮ ਇਮਾਨ ਹਤਿਓ ਤਿਸ ਬੇਰਾ। ਸਾਰਿਆਂ ਦਾ ਧਰਮ ਇਮਾਨ ਗਿਰ ਗਿਆ, ਸਾਰਿਆਂ ਨੂੰ ਰੱਬ ਭੁੱਲ ਗਿਆ, ਕੀਤੀਆਂ ਕਸਮਾਂ ਭੁੱਲ ਗਈਆਂ। ਸ਼ਿਵ ਠਾਕਰ ਅਰ ਖਸਮ ਕਰਾਨਾ। ਕਿਸੇ ਨੇ ਸ਼ਿਵ ਜੀ ਦੀ ਕਸਮ ਖਾਈ ਸੀ, ਕਿਸੇ ਨੇ ਠਾਕਰ ਦੀ, ਕਿਸੇ ਨੇ ਗਊ ਦੀ, ਕਿਸੇ ਨੇ ਕੁਰਾਨ ਦੀ, ਕਿਸੇ ਨੇ ਰਸੂਲ ਮੁਹੰਮਦ ਦੀ, ਸਭ ਭੁੱਲ ਗਏ। ਹਾਂਜੀ, ਵਿਆਪਿਓ ਲੋਭ ਦਿਓ ਕਰਹਾਨਾ। ਲੋਭ ਨੇ ਮੱਤ ਮਾਰ ਦਿੱਤੀ, ਲਾਲਚ ਨੇ। ਪਰੇ ਪਹਾੜੀ ਪੂਰਬ ਆਏ। ਸਭ ਤੋਂ ਪਹਿਲਾਂ ਪਹਾੜੀਏ ਦੌੜ ਕੇ ਆਏ ਸਾਧ ਸੰਗਤ ਜੀ। ਭਿਓ ਰੋਰ ਦਲੀ ਲੂਟ ਮਚਾਏ। ਬਰਛੇ ਲੈ ਕੇ ਤੇ ਉਹ ਫਟਾਫਟ ਹੋ ਗਏ, ਗੱਡਿਆਂ ਦੇ ਆਲੇ ਦੁਆਲੇ ਲੁੱਟ ਮਚਾਤੀ ਪਹਾੜੀਆਂ ਨੇ। ਮਿਲ ਮਿਲ ਨਰ 10 20 ਕੀ 40। ਇੱਕ ਇੱਕ ਗੱਡੇ ਨੂੰ 10 10 20 20 40 40 ਬੰਦੇ ਚਿੰਬੜ ਗਏ। ਰਿਖਬ ਸਹਿਤ ਸਭ ਗੂਨ ਸੰਭਾਲੀ। ਉਹ ਗੱਡਿਆਂ ਨੂੰ ਬਲਦਾਂ ਨੂੰ ਖਿੱਚ ਖਿੱਚ ਕੇ ਘੜੀਸ ਘੜੀਸ ਕੇ ਆਪਣੇ ਆਪਣੇ ਡੇਰਿਆਂ ਨੂੰ ਲੈ ਚੱਲੇ। ਦਿਨ ਪਰ 60 ਕੇ 100 ਮਿਲ ਆਏ। ਕਿਸੇ ਗੱਡੇ ਤੇ 50, ਕਿਸੇ ਦੇ 60, ਕਿਸੇ ਦੇ 100 ਬੰਦੇ ਚਿੰਬੜ ਗਏ। ਘਰ ਬਲ ਵਾਹਨ ਹੀਨਤ ਜਾਏ। ਬਾਹੂ ਬਲ ਦੇ ਨਾਲ ਗੱਡਿਆਂ ਦੇ ਉੱਤੋਂ ਹੀ ਪੋਟੜੀਆਂ ਚੁੱਕ ਚੁੱਕ ਕੇ ਦੌੜਨ ਲੱਗੇ। ਜਦੋਂ ਉੱਤੋਂ ਚੁੱਕਣ ਲੱਗੇ ਤੇ ਫਿਰ ਆਪਸ ਵਿੱਚ ਲੜ ਪਏ। ਉਹ ਕਹਿੰਦੇ ਮੈਂ ਲੈਣੀ, ਉਹ ਕਹਿੰਦੇ ਤੂੰ ਕਿਵੇਂ ਲੈਣੀ, ਤਲਵਾਰਾਂ ਕੱਢ ਲਈਆਂ। ਫਿਰ ਤੇ ਆਪਸ ਵਿੱਚ ਗੁੱਥਮ ਗੁੱਥਾ, ਪਿਓ ਨੂੰ ਪੁੱਤਰ ਵੱਢਣ ਲੱਗ ਪਿਆ, ਚਾਚੇ ਨੂੰ ਭਤੀਜਾ ਮਾਰਨ ਲੱਗ ਪਿਆ,
ਮਾਮੇ ਨੂੰ ਭਾਣਜਾ ਵੱਢਣ ਲੱਗ ਪਿਆ। ਸੱਕੇ ਰਿਸ਼ਤੇਦਾਰ ਹੀ ਹੁੰਦੇ ਸਾਰੇ ਆ ਫੌਜ ਦੇ ਵਿੱਚ, ਆਪਸ ਹੀ ਮਰਨ ਲੱਗ ਪਏ। ਸੋ ਨਹਿ ਦੇਤ ਲੜਨ ਜੜ ਲਾਗੇ। ਉਹ ਜਿਹਦੇ ਹੱਥ ਪੋਟਲੀ ਪਹਿਲਾਂ ਪੈ ਜਾਂਦੀ ਹੈ ਉਹ ਉਹਨੂੰ ਛੱਡਦਾ ਹੀ ਨਹੀਂ, ਤੇ ਦੂਜਾ ਉਹਦੇ ਕੋਲੋਂ ਖੋਹਦਾ ਤੇ ਫਿਰ ਲੜਨ ਲੱਗ ਪੈਂਦੇ ਆ। ਹਾਂਜੀ, ਸ਼ਸਤਰ ਪਰੇ ਚੱਲ ਕੇਤਕ ਭਾਗੇ। ਸ਼ਸਤਰ ਚੱਲ ਗਏ, ਤਲਵਾਰਾਂ ਚੱਲ ਗਈਆਂ ਤੇ ਭਾਜੜਾਂ ਪੈ ਗਈਆਂ। ਫਿਰ ਪਰਿਓ ਰੋਰ ਕੋਸਨ ਲਗ ਸੁਨ ਯਾਤ। ਕਈ ਮੀਲਾਂ ਤੱਕ ਰੌਲਾ ਹੀ ਸੁਣਾਈ ਦੇਣ ਲੱਗ ਪਿਆ, ਪਰ ਵੱਡੋ ਟੁੱਕੋ ਸ਼ੁਰੂ ਹੋ ਗਈ, ਮਾਰੋ ਮਾਰ। ਰਾਤ ਨੂੰ ਖਲਲ ਪੈ ਗਿਆ। ਜਨ ਸਮੁੰਦਰ ਮਥ ਬੇ ਕਹੋ ਜਨੀਅਤ। ਇੰਨਾ ਰੌਲਾ ਪੈ ਗਿਆ ਜਿਵੇਂ ਦੇਵਤੇ ਤੇ ਦੈਂਤਾਂ ਨੇ ਸਮੁੰਦਰ ਰਿੜਕਿਆ ਹੋਵੇ ਨਾ, ਇੰਨਾ ਰੌਲਾ ਪੈ ਗਿਆ। ਜਬ ਆਪਸ ਮਹਿ ਰਾਰ ਮਚਾਈ। ਜਦੋਂ ਆਪਸ ਚ ਲੜਾਈ ਹੋ ਗਈ ਪਹਾੜੀਆਂ ਦੀ ਤੇ ਤੁਰਕਾਂ ਦੀ, ਤਬ ਉਪਰ ਤੇ ਧੋਪ ਚਲਾਈ। ਇਧਰੋਂ ਮਹਾਰਾਜ ਨੇ ਇਸ਼ਾਰਾ ਕੀਤਾ ਤੋਪਚੀ ਸਿੰਘਾਂ ਨੂੰ, ਉਹਨਾਂ ਨੇ ਤੋਪਾਂ ਦੇ ਫੈਰ ਖੋਲ ਦਿੱਤੇ। ਠਾ ਠਾ ਗੋਲੇ ਪੈਣ ਲੱਗ ਪਏ ਉੱਤੋਂ। ਗਾਜਤ ਗਾਜ ਸਮਾਨ ਮਹਾਨੀ। ਬਿਜਲੀ ਤਰ੍ਹਾਂ ਕੜਕਦੀਆਂ ਮਹਾਰਾਜ ਦੀਆਂ ਤੋਪਾਂ। ਇੱਕ ਦਾ ਨਾਮ ਸੀ ਬਿਜ ਘੋਖ, ਬਿਜਲੀ ਦੀ ਤਰ੍ਹਾਂ ਕੜਕਦੀ ਸੀ। ਇੱਕ ਦਾ ਨਾਮ ਸੀ ਬਾਗਣ, ਉਹ ਬਘਿਆੜੀ ਦੀ ਤਰ੍ਹਾਂ। ਇਹ ਮਹਾਰਾਜ ਦੀਆਂ ਤੋਪਾਂ ਦੇ ਨਾਮ ਵੀ ਕਵੀਆਂ ਨੇ ਲਿਖੇ ਹੈ। ਆਨੰਦਪੁਰ ਸਾਹਿਬ ਵਧੀਆ ਵਧੀਆ ਤੋਪਾਂ ਸੀ ਮਹਾਰਾਜ ਦੀਆਂ। ਉਹ ਤੋਪਾਂ ਜਦੋਂ ਚੱਲੀਆਂ, ਕਿਤੇ ਕਿਤੇ ਬਿਜ ਘੋਖ ਪਈ, ਕਿਤੇ ਬਿਜਲੀ ਕੜਕੀ, ਕਿਤੇ ਤੁਰਕਾਂ ਦੀਆਂ ਫੌਜਾਂ, ਪਹਾੜੀ ਦੀਆਂ ਫੌਜਾਂ ਉੱਡਣ ਲੱਗ ਪਈਆਂ। ਫਿਰ ਕਰੇ ਸਤਰ ਸਮੁਦਾਏ ਸੁਹਾਨੀ। ਬਹੁਤ ਵੈਰੀ ਮਾਰੇ ਫਿਰ ਜਿਹੜੇ ਉਹ ਲੁੱਟਣ ਆਏ ਨਾ। ਹੁਣ ਬਹਾਨਾ ਤਾਂ ਉਹਨਾਂ ਕੋਲ ਹੈ ਨਹੀਂ ਸੀ ਨਾ, ਮਾਰੇ ਕਹਿ ਸਕਦੇ ਸੀ ਵੀ ਭਾਈ ਤੁਸੀਂ ਸਾਡਾ ਖਜ਼ਾਨਾ ਲੁੱਟਣ ਲੱਗੇ, ਇਸ ਤੋਪਾਂ ਚਲਾਤੀਆਂ। ਉਸੇ ਬਹਾਨੇ ਹੀ ਮਹਾਰਾਜ ਨੇ ਹਜ਼ਾਰਾਂ ਉਡਾ ਦਿੱਤੇ। ਫਿਰ ਲਗੀ ਹੋਣ ਗੋਰਨ ਕੀ ਮਾਰ। ਜਦੋਂ ਗੋਲਿਆਂ ਦੀਆਂ ਮਾਰਾਂ ਪਈਆਂ, ਗੋਲੇ ਪਏ, ਜਿਸ ਤੇ ਮਰੇ ਹਜ਼ਾਰ ਮੁਝਾਰ। ਹਜ਼ਾਰਾਂ ਹੀ ਮਾਰੇ ਗਏ ਫਿਰ ਸਿਪਾਹੀ ਉਹਨਾਂ ਨਾਲ। ਕੁਛ ਆਪਸ ਮਹਿ ਮੂਰਖ ਮਰੇ। ਕੋਈ ਆਪਸ ਲੜ ਕੇ ਮਰ ਗਏ, ਕੋਈ ਖਾਲਸੇ ਦੀਆਂ ਤੋਪਾਂ ਨਾਲ ਉੱਡ ਗਏ, ਕੁਛ ਸਤਿਗੁਰੂ ਮਾਰ ਅਰ ਹਰੇ। ਕੋਈ ਮਹਾਰਾਜ ਨੇ ਮਾਰ ਦਿੱਤੇ। ਲੇਲੇ ਗੂਣ ਗਏ ਨਿਜ ਡਰੇ। ਫਿਰ ਵੀ ਢੀਠ ਜਿਹੜੇ ਜਿਨ੍ਹਾਂ ਦੇ ਹੱਥ ਕੋਈ ਨਾ ਕੋਈ ਪੋਟਲੀ ਆਈ ਨਾ, ਉਹ ਲੈ ਲੈ ਕੇ ਆਪਣੇ ਡੇਰਿਆਂ ਨੂੰ ਦੌੜੇ, ਆਪਣੇ ਆਪਣੇ ਤੰਬੂਆਂ ਨੂੰ ਵੀ ਚੱਲ ਕੇ ਘਰ ਖੋਲਾਂਗੇ ਚੱਲ ਕੇ। ਤਰੇ ਛੁਪਾਏ ਨਹੀਂ ਦ੍ਰਿਗ ਹੇਰੇ। ਜਾ ਕੇ ਨਾ ਆਪਣੇ ਆਪਣੇ ਤੰਬੂਆਂ ਵਿੱਚ ਫਟਾਫਟ ਛੁਪਾ ਕੇ ਰੱਖਤੇ, ਵੀ ਕਿਸੇ ਨੂੰ ਪਤਾ ਨਾ ਲੱਗੇ ਵੀ ਫਲਾਣਾ ਸਿਪਾਹੀ ਇੰਨਾ ਮਾਲ ਲੈ ਕੇ ਆਇਆ। ਨਿਜ ਨਿਜ ਮਹਿ ਕਰ ਕਰ ਤਕਰਾਈ। ਆਪਣੇ ਆਪਣੇ ਤੰਬੂਆਂ ਦੇ ਵਿੱਚ ਬੜੀ ਤਕੜਾਈ ਕਰਕੇ ਥੱਲੇ ਜ਼ਮੀਨ ਵਿੱਚ ਦੱਬ ਤੇ ਕਿਸੇ ਨੇ, ਜਿੱਥੇ ਉਹ ਠਾਕਰ ਦੀ ਪੂਜਾ ਕਰਦੇ ਨਾ ਮੂਰਤੀ ਦੀ, ਉਹਦੇ ਥੱਲੇ ਰੱਖਦਾ ਵੀ ਭਗਵਾਨ ਦੇ ਮੂਰਤੀ ਦੀ ਕਿਹੜਾ ਤਲਾਸ਼ੀ ਲਏਗਾ ਆ ਕੇ, ਵੀ ਇੱਥੋਂ ਸਵੇਰੇ ਕੱਢ ਲਾਂਗੇ ਆਪਾਂ ਸੋਨਾ ਚਾਂਦੀ ਜਿਹੜਾ ਨਿਕਲਿਆ। ਹਾਂਜੀ, ਖਾਨ ਪਾਨ ਥਲ ਗੂਨ ਛਪਾਈ। ਆ ਕੇ ਆਪਣੇ ਆਪਣੇ ਥੱਲੇ ਜਿੱਥੇ ਕੋਈ ਖਾਣੇ ਪੀਣੇ ਦਾ ਸਮਾਨ ਰੱਖਿਆ ਸੀ ਉਹਦੇ 'ਚ ਰੱਖ ਦਿੱਤੀਆਂ ਗੂਨਾਂ ਲਿਆ ਕੇ। ਹਾਂਜੀ, ਜਹ ਪੂਜਾ ਠਾਕਰ ਕੀ ਕਰੈ। ਜਿੱਥੇ ਠਾਕਰ ਦੀ ਪੂਜਾ ਕਰਦੇ ਸਨ ਨਾ ਮੂਰਤੀਆਂ ਦੀ, ਉਹ ਮੰਦਿਰ ਬਣਾਏ ਸੀ ਛੋਟੇ ਜਿਹੜੇ ਤੰਬੂਆਂ ਵਿੱਚ, ਉਹ ਆਪਣੇ ਆਪਣੇ ਮੰਦਿਰਾਂ ਦੇ ਵਿੱਚ ਲਿਆ ਕੇ ਉਹ ਪੋਟਲੀਆਂ ਫਟਾਫਟ ਭਗਵਾਨ ਦੀ ਮੂਰਤੀ ਦੇ ਥੱਲੇ ਰੱਖਤੀਆਂ, ਵੀ ਇੱਥੇ ਕੋਈ ਤਲਾਸ਼ੀ ਨਹੀਂ ਲੈਣ ਲੱਗਾ। ਸਾਂਭ ਸਾਂਭ ਕਰ ਗੁਪਤੀ ਤਰੈ। ਸਾਂਭ ਸਾਂਭ ਕੇ ਗੁਪਤ ਰੱਖਦੇ ਹਨ। ਜਾਨ ਹੈ ਹਮ ਸਭ ਕਿਛ ਲੈ ਆਏ। ਤੇ ਖੁਸ਼ ਬੜੇ ਨੇ, ਮਾਂ ਚੰਗਾ ਮਾਲ ਹੱਥ ਲੱਗਾ, ਬਹੁਤ ਕੁਝ ਸਾਰੀ ਜ਼ਿੰਦਗੀ ਦੇ ਰੋਟੀਆਂ ਕਮਾ ਲੀਆਂ, ਬੱਚੇ ਖੁਸ਼ ਹੋਣਗੇ। ਹਾਂਜੀ, ਪੁੱਤਰ ਪੋਤਰੇ ਲਾਗੇ ਬੈਠੇ ਖਾਏ। ਪੁੱਤਰ ਪੋਤਰੇ ਆਰਾਮ ਨਾਲ ਬਹਿ ਕੇ ਖਾਣਗੇ, ਮਾਲ ਚੰਗਾ ਹੱਥ ਲੱਗਾ ਤਰਦਾ ਤਰਦਾ। ਲਰਨ ਮਰਨ ਸਫਲੋ ਅਬ ਪਿਓ। ਤਾਂ ਸਾਡਾ ਲੜਨਾ ਮਰਨਾ ਸਫਲ ਹੋ ਗਿਆ, ਇੰਨੇ ਮਹੀਨੇ ਹੋ ਗਏ ਸੀ ਇੱਥੇ ਬੈਠਿਆਂ ਨੂੰ ਸਾਨੂੰ, ਚਲੋ ਪਰਮਾਤਮਾ ਨੇ ਸਾਡੀ ਸੁਣ ਲਈ ਹੈ। ਕਾਲੀ ਘਾਲ ਜਿਤਿਕ ਤਨ ਲਿਓ। ਜਿੰਨੀ ਮਿਹਨਤ ਕੀਤੀ ਸੀ ਚਲੋ ਰੱਬ ਨੇ, ਅੱਲਾ ਨੇ ਸਾਨੂੰ ਦੇ ਦਿੱਤਾ ਮਾਲ। ਰੱਖੀ ਦੁਰਾਏ ਭਏ ਥਿਰ ਡੇਰੇ। ਆਪਣੇ ਆਪਣੇ ਤੰਬੂਆਂ ਵਿੱਚ ਕਿਸੇ ਨੇ ਕਿਤੇ ਕੁਰਾਨ ਰੱਖੀ ਸੀ, ਕੁਰਾਨ ਦੇ ਥੱਲੇ ਰੱਖਤੀ ਪੋਟਲੀ, ਕਿਸੇ ਨੇ ਗੀਤਾ ਦੇ ਥੱਲੇ ਰੱਖਤੀ, ਤੇ ਛੁਪਾ ਛੁਪਾ ਕੇ ਭਗਵਾਨ ਦੀਆਂ ਮੂਰਤੀਆਂ ਦੇ ਥੱਲੇ, ਤੇ ਬੜੇ ਖੁਸ਼ ਹੁੰਦੇ ਪਹਾੜੀਏ ਤੇ ਤੁਰਕ। ਮੁਖ ਤੂਸ਼ਨ ਮਨ ਮੁਦਤ ਵਡੇਰੇ। ਪਰ ਮੂੰਹ ਤੋਂ ਚੁੱਪ ਹਨ, ਕੋਈ ਕਿਸੇ ਨੂੰ ਪਤਾ ਨਾ ਲੱਗ ਜੇ ਵੀ ਇਹਦੇ ਕੋਲ ਮਾਲ ਹੈ, ਇੱਕ ਦੂਜੇ ਨੂੰ ਦੱਸਦੇ ਨਹੀਂ, ਮਨ 'ਚ ਖੁਸ਼ ਹਨ ਪਰ ਮੂੰਹ ਤੋਂ ਚੁੱਪ ਹਨ। ਨਹਿ ਜਾਣ ਹੈ ਮੂਰਖ ਅਲਪਯਗ। ਮੂਰਖ ਅਲਪੱਗਾਂ ਨੂੰ ਇਹ ਪਤਾ ਨਹੀਂ। ਚਾਹੇ ਚਲਿਓ ਗੁਰੂ ਸਰਬਯੁਗ। ਉਹ ਇਹ ਨਹੀਂ ਜਾਣਦੇ ਵੀ ਜਿਸ ਗੁਰੂ ਨੂੰ ਅਸੀਂ ਛਲਣਾ ਚਾਹੁੰਦੇ ਸੀ ਉਹ ਗੁਰੂ ਸਾਨੂੰ ਛਲ ਗਿਆ ਹੈ। ਸੁਮਤ ਨਿਧਾਨ ਗੁਰੂ ਮਨ ਪਾਇਓ। ਇਹ ਸੁਮਤ ਦੇ ਖਜ਼ਾਨੇ ਕਲਗੀਆਂ ਵਾਲੇ ਪਿਤਾ ਜੀ। ਅਜਬ ਦਗੇ ਪਰ ਦਗਾ ਦਿਖਾਇਓ। ਦਗੇ ਬਾਜਾਂ ਨੂੰ ਦਗਾ ਦਿਖਾਇਆ ਵੀ ਤੁਸੀਂ ਦਗਾ ਕਰਦੇ ਆ, ਵੇਖੋ ਕੀ ਹੁੰਦਾ ਦਗਾ। ਹਾਂਜੀ, ਛਲ ਕੋ ਕਰਤ ਧਰਮ ਛਲਵਾਇਓ। ਜਿਹੜੇ ਬੰਦੇ ਛਲ ਕਰਦੇ ਸੀ ਉਹਨਾਂ ਦਾ ਧਰਮ ਹੀ ਛਲ ਲਿਆ ਮਹਾਰਾਜ ਨੇ, ਸੱਚੇ ਪਾਤਸ਼ਾਹ ਨੇ। ਨਰਕ ਉਚਿਤ ਭਏ ਕਛੂ ਨ ਪਾਇਓ। ਝੂਠੇ ਘਰ ਤੇ ਨਰਕਾਂ ਦੇ ਯੋਗ ਬਣਾਤਾ ਉਹਨਾਂ ਨੂੰ।
ਮਹਾਪੁਰਖ ਸੋ ਜੋ ਛਲ ਠਾਨੇ। ਆਹਾ ਕਵੀ ਜੀ ਕਹਿੰਦੇ ਜਿਹੜੇ ਮਹਾਂਪੁਰਸ਼ਾਂ ਨਾਲ ਛਲ ਕਰਦੇ ਹਨ, ਚਲਿਓ ਜਾਏ ਦਵੈ ਲੋਕ ਸੁਹਾਨੈ। ਉਹਨਾਂ ਦਾ ਦੋਵਾਂ ਲੋਕਾਂ 'ਚ ਇਹੀ ਹਾਲ ਹੁੰਦਾ ਹੈ, ਦੋਵਾਂ ਲੋਕਾਂ 'ਚ ਮੂੰਹ ਕਾਲਾ ਹੋ ਜਾਂਦਾ ਜਿਹੜੇ ਸੰਤਾਂ ਮਹਾਂਪੁਰਸ਼ਾਂ ਅਵਤਾਰਾਂ ਗੁਰੂਆਂ ਪੀਰਾਂ ਨਾਲ ਛਲ ਕਰਦੇ ਆ। ਲੂਟ ਗਵਾਰ ਸਰਬ ਲੈ ਗਏ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਗਵਾਰਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਕਲਗੀਧਰ ਜੀ ਨੇ ਛੜਿਆ, ਤੇ ਉਹ ਜਿਹੜਾ ਮਾਲ ਲੁੱਟ ਕੇ ਲੈ ਗਏ ਸੀ ਨਾ, ਉਹਨਾਂ ਨੇ ਆਪਣੇ ਆਪਣੇ ਮੰਦਿਰਾਂ 'ਚ ਆਪਣੇ ਤੰਬੂਆਂ 'ਚ ਲੁਕਾ ਕੇ ਰੱਖਿਆ ਸੀ। ਹਾਂਜੀ, ਨਿਸ ਮਹਿ ਨਹੀਂ ਨਹਾਰਤ ਭਏ। ਰਾਤ ਨਹੀਂ ਉਹਨਾਂ ਨੇ ਖੋਲਿਆ ਵੀ ਰਾਤ ਨੂੰ ਮੇਰੇ ਪਿੱਛੇ ਨਾ ਕੋਈ ਆ ਜਾਏ ਵੀ ਕੀ ਲੈ ਕੇ ਆਇਆ, ਤੇ ਛੁਪਾ ਕੇ ਰੱਖਿਆ ਵੀ ਸਵੇਰੇ ਦੇਖ ਲਾਂਗੇ ਕਿਹੜਾ ਭੱਜ ਚੱਲਿਆ, ਹੁਣ ਮਾਲ ਆਪਣੇ ਕੋਲ ਹੀ ਹੈ। ਤਾਂ ਸਾਰੀ ਰਾਤ ਇਹਨਾਂ ਨੇ ਛੁਪਾ ਕੇ ਰੱਖਿਆ। ਤੇ ਸਾਧ ਸੰਗਤ ਜੀ, ਅਗਲੇ ਦਿਨ ਫਿਰ ਜਦੋਂ ਖੋਲ ਕੇ ਦੇਖਣਗੇ ਨਾ, ਫਿਰ ਇਹਨਾਂ ਨੂੰ ਪਤਾ ਲੱਗੇਗਾ ਵੀ ਸਾਡੇ ਨਾਲ ਕੀ ਮਹਾਰਾਜ ਨੇ ਠੱਠਾ ਕੀਤਾ ਹੈ। ਉਹ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਕਲਗੀਧਰ ਜੀ ਦੀ ਇਹ ਕਥਾ ਹੈ। ਸੋ ਇਤਨੀਆਂ ਬੇਨਤੀਆਂ ਹੋ ਗਿਆ ਨਾ। ਸੋ ਸਾਧ ਸੰਗਤ ਜੀ, ਇਹ ਅਧਿਆਇ ਸੰਪੂਰਨ ਹੋ ਗਿਆ। ਅਗਲੇ ਪ੍ਰਕਰਣ 'ਚ ਆਪਾਂ 7 ਤੋਂ 8 ਭਾਈ ਰੋਜ਼ ਹਾਜ਼ਰੀ ਭਰ ਕੇ ਗੁਰੂ ਦੀ ਬਾਣੀ ਦਾ, ਗੁਰੂ ਦੇ ਇਤਿਹਾਸ ਦਾ ਲਾਭ ਲਈਏ। ਭੁੱਲਾਂ ਚੁੱਕਾਂ ਦੀ ਖਿਮਾ ਆਓ। ਅਖੀਰਲੀਆਂ ਪੰਕਤੀਆਂ ਸੁਣੋ। ਮਹਾਪੁਰਖ ਸੋ ਜੋ ਛਲ ਠਾਨੈ। ਛਲਿਓ ਜਾਏ ਦਵੈ ਲੋਕ ਸੁਹਾਨੈ। ਲੂਟ ਗਵਾਰ ਸਰਬ ਲੈ ਗਏ। ਨਿਸ ਮੈਂ ਨਹੀਂ ਨਹਾਰਤ ਭਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗੰਮ ਪੂਰਨ, ਮੋਹਿ ਮਾਇਆ ਧਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ। ਏਕ ਅਖਰ ਹਰ ਮਨ ਬਸਤੁ, ਨਾਨਕ ਹੋਤ ਨੇ। ਵਾਹਿਗੁਰੂ ਨਾਮ ਜਹਾਜ ਹੈ, ਜੜੇ ਸੋ ਤਰੇ। ਜੋ ਸ਼ਰਧਾ ਕਰ ਸੇਵੰਦੇ, ਗੁਰੂ ਪਾਰ ਉਤਾਰ। ਜੋ ਸ਼ਰਧਾ ਕਰ ਸੇਵੰਦੇ, ਗੁਰੂ ਪਾਰ ਉਤਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਨੋ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।